सत श्री अकाल जी। तुसीं देख रहे हो KTV UK ते मैं हरजिंदर सिंह ढिल्लों। तुहानूं ये तस्वीरां किसी बॉर्डर दियां नहीं हैगियां। ये चंडीगढ़ मटका चौंक दियां तस्वीरां ने, किसी दिल्ली बॉर्डर दियां नहीं। एक पासे चंडीगढ़ प्रशासन खड़ा ते दूसरे पासे इत्थे बाबा जी बैठे हुए ने, जिहड़े कि पिछले 6 महीनों तो जदों दा किसानी अंदोलन दिल्ली दियां बरूहां ते गए ने किसान, तां उदों दे इत्थे बाबा जी का एक पक्का टेंट लग्या होया सी, पक्का टिकाणा सी। ਤੇ ਉਹਨਾਂ ਨੂੰ ਅੱਜ ਸਵੇਰੇ ਪਤਾ ਲੱਗਿਆ ਗਿਆ ਕਿ ਚੁੱਕ ਲਿਆ ਗਿਆ ਸੀਗਾ। ਉਹਨਾਂ ਦਾ ਟੈਂਟ ਆ ਜਿਹੜਾ ਅਖਾੜ ਦਿੱਤਾ ਗਿਆ। ਇੱਥੇ ਇਸ ਜਗ੍ਹਾ ਤੇ ਟੈਂਟ ਸੀਗਾ, ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਸ ਜਗ੍ਹਾ ਤੇ ਟੈਂਟ ਲਗਾਇਆ ਹੋਇਆ ਸੀ। ਬਾਬਾ ਜੀ ਦਾ ਪੱਕਾ ਟੈਂਟ ਸੀਗਾ, ਜਿੱਥੇ ਉਹ 24 ਘੰਟੇ ਇੱਥੇ ਰੁਕਦੇ ਹੁੰਦੇ ਸੀ। ਤੇ ਜਿਹੜਾ ਉਹ ਟੈਂਟ ਆ ਉਹ ਅਖਾੜ ਦਿੱਤਾ ਗਿਆ। ਉਸ ਦਾ ਨਾਮੋ ਨਿਸ਼ਾਨ ਵੀ ਨਹੀਂ ਦਿਖ ਰਿਹਾ ਕਿਸੇ ਪਾਸੇ। ਤੇ ਸੋ ਇੱਥੇ ਵਿਰੋਧ ਹੋ ਰਿਹਾ, ਪ੍ਰੋਟੈਸਟ ਕਰ ਰਹੇ ਨੇ, ਵਿਰੋਧ ਕਰ ਰਹੇ ਨੇ ਜਿਹੜੇ ਕਿਸਾਨ ਨੇ, ਕਿਸਾਨ ਹਤੈਸ਼ੀ ਨੇ, ਤੁਸੀਂ ਦੇਖ ਸਕਦੇ ਹੋ। ਸੋ ਗੱਲਬਾਤ ਕਰਦੇ ਆ। ਰਾਜ ਕੀ ਗੱਲ ਕੀ ਹੋਈ ਹੈ? ਗੱਲ ਇਹ ਹੋਈ ਸੀਗੀ ਕਿ ਬਾਬਾ ਜੀ ਨੂੰ ਕਈ ਵਾਰ, ਤੁਹਾਨੂੰ ਪਹਿਲਾਂ ਵੀ ਪਤਾ ਕਿ ਪਹਿਲਾਂ ਵੀ ਬੜੀ ਵਾਰੀ ਚੱਕਿਆ ਇੱਥੋਂ ਬਾਬਾ ਜੀ ਨੂੰ। ਅੱਜ ਫੇਰ ਚੱਕਿਆ, ਦੁਬਾਰਾ ਥਾਣੇ ਲੈ ਗਏ, ਕਹਿੰਦੇ ਇੱਥੇ ਟੈਂਟ ਨਹੀਂ ਲਾਉਣ ਦੇਣਾ। ਫਿਰ ਅਸੀਂ ਸਾਰਿਆਂ ਨੇ ਥਾਣਾ ਘੇਰਤਾ ਉੱਥੇ। ਕਦੋਂ ਕਦੀ ਗੱਲ ਹੈ ਜਦੋਂ ਬਾਬਾ ਜੀ? 10 ਵਜੇ ਦੀ ਸੁਬਾਹ ਮਾਰਨਿੰਗ ਦੀ। ਹਾਂ। ਸੋ ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ, ਇਹ ਤਸਵੀਰਾਂ ਨੇ ਜਿਹੜੀਆਂ ਕਿ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਇੱਥੇ ਕਿਸਾਨਾਂ ਦਾ ਜਿਹੜਾ ਰੋਹ ਆ, ਕਿਸਾਨਾਂ ਦਾ ਜਿਹੜਾ ਗੁੱਸਾ ਹੈਗਾ, ਤੁਸੀਂ ਦੇਖ ਸਕਦੇ ਹੋ। ਇਹ ਇੱਕ ਇੱਥੇ ਰੁਜ਼ਗਾਰ ਕਰਨ ਆਉਂਦੇ ਨੇ ਚੰਡੀਗੜ੍ਹ ਦੇ ਵਿੱਚ, ਜਿਹੜੇ ਕਿ ਨੌਕਰੀਆਂ ਤੇ ਲੱਗੇ ਹੋਏ ਨੇ, ਜਿਹੜੇ ਕਿ ਆਪਣੇ ਕਿਸਾਨਾਂ ਦੇ ਨਾਲ ਸੰਬੰਧ ਰੱਖਦੇ ਨੇ, ਕਿਸਾਨੀ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ। ਜਿੱਦਣ ਉਹਨਾਂ ਨੂੰ ਛੁੱਟੀ ਹੁੰਦੀ ਹੈ ਜਾਂ 5 ਵਜੇ ਤੋਂ ਬਾਅਦ ਜਾਂ 4 ਵਜੇ ਤੋਂ ਬਾਅਦ ਇੱਥੇ ਕਿਸਾਨੀ ਅੰਦੋਲਨ ਦੀ ਹਮਾਇਤ ਕਰੀ ਜਾਂਦੇ। ਸੋ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਪੁਲਿਸ ਨੇ ਇੱਥੋਂ ਫੇਰ ਉਠਾਉਣ ਦੀ ਕੋਸ਼ਿਸ਼ ਕਰੀ ਹੈਗੀ, ਕੀ ਚਾਹੁੰਦੇ ਨੇ ਆਖਰ? ਬਾਬੇ ਇਹਨਾਂ ਦੇ ਇਹ ਨੌਕਰ ਬੰਦੇ ਨੇ, ਇਹ ਮੋਦੀ ਦੇ ਨੌਕਰ ਨੇ। ਉਹ ਏਡੀ ਦਿੱਤੀ ਦਿੰਦਾ ਇਹਨਾਂ ਨੂੰ ਸਾਡਾ ਨਹੀਂ ਪਤਾ ਵੀ ਇਹ ਸਿੱਖ ਗੁਰੂ ਦੇ ਕੌਣ ਨੇ। ਇਹ ਕਿਹਦੇ ਵਾਸਤੇ? ਸਾਡੇ ਗੁਰੂ ਨੇ ਸਾਰਾ ਪਰਿਵਾਰ ਵਾਰ ਛੱਡਿਆ ਸੀ, ਆਪਣੀ ਜਾਨ ਵੀ ਨਹੀਂ ਮਾਰ ਸਕਦੇ। ਸਾਡੀ ਤੇ ਬੇਨਤੀ ਹੈ, ਇਹਨਾਂ ਬੱਚੇ ਜਿਹੜੇ ਆਏ ਨੇ ਅੱਜ ਨਵੇਂ ਪੁਰਾਣੇ ਇਕੱਠੇ ਹੋ ਕੇ ਠਾਣੇ ਗਏ ਨੇ, ਉਹਨਾਂ ਨੂੰ ਸਾਡੇ ਵੱਲੋਂ ਬੇਨਤੀ ਹੈ, ਲੱਖ ਲੱਖ ਵਧਾਈ ਹੋਵੇ। ਆਪਣੇ ਵਿਰਸੇ ਨੂੰ ਅੱਗੇ ਸੰਭਾਲਣ, ਅੱਗੇ ਸੰਭਾਲ ਕੇ ਅੱਗੇ ਵਧਣ। ਇੱਥੇ ਨਹੀਂ ਰਹਿਣਾ। ਜਿਹੜੇ ਬਾਹਰ ਦੇ ਲੋਕ ਨੇ ਅੱਗੇ ਵੀ ਇੱਥੋਂ ਕੱਢੇ ਸਨ, ਹੁਣ ਵੀ ਦੁਬਾਰਾ ਉਹ ਕੰਮ ਕਰਨੇ ਪੈਣਗੇ। ਇਹਨਾਂ ਨੂੰ ਨਾ ਅਕਲ ਆਈ ਹੈ ਪੜ੍ਹ ਲਿਖ ਕੇ ਤੇ ਨਾ ਆਉਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ। ਮੈਂ ਉਸੇ ਪਿੱਲਰ ਦੇ ਨਾਲ ਜਿੰਨਾ ਚਿਰ ਜਿਉਣਾ ਵਾ, ਚਾਹੇ ਮੇਰੇ ਉੱਤੇ ਧੁੱਪ ਹੋਵੇ, ਚਾਹੇ ਮੇਰੇ ਉੱਤੇ ਛਾਂ ਹੋਵੇ, ਚਾਹੇ ਮੇਰੇ ਉੱਤੇ ਮੀਂਹ ਪਏ, ਮੈਂ ਉਸ ਪਿੱਲਰ ਦੇ ਨਾਲ ਬਾਂਗਾ। ਦੂਜੀਆਂ ਫੌਜਾਂ ਨੂੰ ਉਹਨਾਂ ਆਰਡਰ ਕੀਤਾ ਵੀ ਤੁਸੀਂ ਉੱਧਰ ਤੰਬੂ ਲਾ ਲਓ, ਉੱਥੇ ਬਹਿ ਜਾਓ। ਇਹ ਮੇਰੀ ਸੰਗਤ ਜਿਹੜੀ ਹੈ ਗੁਰੂ ਰੂਪ ਹੈ। ਮੈਂ ਤਾਂ ਇਹਨਾਂ ਦਾ ਆਖਾ ਮੰਨ ਕੇ ਇੱਥੇ ਸੰਘਰਸ਼ ਨੂੰ ਚਲਾਉਣਾ ਵਾ। ਇਹ ਮੇਰੇ ਸਿਰ 'ਤੇ ਸੰਗਤਾਂ ਹੱਥ ਰੱਖਦੀਆਂ ਨੇ। ਮੇਰੀ ਫਿਰ ਡਿਊਟੀ ਹੈ ਸੇਵਾ ਕਰਨੀ, ਹੋਰ ਤਾਂ ਕੋਈ ਮੇਰੀ ਡਿਊਟੀ। ਹੌਸਲੇ ਬੁਲੰਦ ਨੇ ਅੱਜ ਵੀ। ਅੱਜ ਮੇਰੇ ਹੌਸਲੇ ਦਿੱਲੀ ਤੱਕ ਸਾਰਿਆਂ ਦੇ ਬੁਲੰਦ ਹੋ ਜਾਣਗੇ ਜਦੋਂ ਇੱਕ ਸਿੱਖ ਦੇ ਨਾਲ 150 ਬੰਦਾ ਉਹਦੇ ਹੱਥੀ ਪਏ। ਉਹਦਾ ਦਿਲ ਆਪਣੇ ਆਪ ਐਡੋ ਮੜ ਕੇ ਕੁਦਰਤ ਉਹਦੇ ਉੱਤੇ ਹੱਥ ਰੱਖ ਕੇ ਰੱਖੇ। ਹੁਣ ਉੱਥੇ ਮੈਨੂੰ ਸਾਰੇ ਠਾਣੇ ਨੇ ਜ਼ੋਰ ਲਾਇਆ, ਪਾਣੀ ਪਿਆਉਣ ਦਾ, ਚਾਹ ਪਿਆਉਣ ਦਾ, ਰੋਟੀ। ਮੇਰਾ ਪਰਨੇ ਇੱਥੇ ਇਸ ਕੁੜੀ ਨੇ ਆਣ ਕੇ ਪਾਣੀ ਪਿਆ। ਮੈਂ ਤਾਂ ਇੱਥੇ ਆਣ ਕੇ ਪੀਤਾ, ਆਪਣੇ ਮੱਥਾ ਟੇਕਿਆ ਪਿੱਲਰ ਨੂੰ, ਮੱਥਾ ਟੇਕ ਕੇ ਦਾ ਪਾਣੀ ਪੀ ਕੇ ਉੱਥੇ। ਸਵੇਰ ਦਾ ਕੁਝ ਖਾਧਾ ਪੀਤਾ? ਸਵੇਰੇ ਕੱਪ ਚਾਹ ਪੀਤੀ ਬਸ। ਸੋ ਇਹ ਤੁਸੀਂ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ, ਇਹ ਤਸਵੀਰਾਂ ਨੇ ਇੱਥੇ ਅੱਜ ਮਟਕਾ ਚੌਂਕ ਦੀਆਂ ਤਸਵੀਰਾਂ ਨੇ ਜਿਹੜੀਆਂ ਕਿ ਤੁਹਾਨੂੰ ਦਿਖਾਈਆਂ ਜਾ ਰਹੀਆਂ। ਇੱਥੇ ਇੱਕ ਪਾਸੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਆ ਜਿਹੜਾ ਉਹ ਖੜਾ ਹੋਇਆ ਹੈਗਾ, ਤੇ ਦੂਸਰੇ ਪਾਸੇ ਜਿਹੜੇ ਕਿਸਾਨ ਨੇ ਉਹ ਬੈਠੇ ਹੋਏ ਨੇ। ਤੇ ਉਹਨਾਂ ਦਾ ਕਹਿਣਾ ਹੈਗਾ ਕਿ ਜੇਕਰ ਸਾਡੇ ਤੋਂ ਦਿੱਲੀ ਨਹੀਂ ਜਾ ਹੁੰਦਾ, ਜੇਕਰ ਅਸੀਂ ਦਿੱਲੀ ਨਹੀਂ ਜਾ ਸਕਦੇ, ਤਾਂ ਅਸੀਂ ਇੱਥੇ ਖੜ ਕੇ ਉਹਨਾਂ ਦੀ ਹੱਕ ਦੇ ਵਿੱਚ ਹਾਂ ਦਾ ਨਾਰਾ ਤਾਂ ਮਾਰ ਸਕਦੇ ਹਾਂ। ਸੋ ਉਹਨਾਂ ਦਾ ਇਹ ਕਹਿਣਾ ਹੈਗਾ। ਇਹ ਤਸਵੀਰਾਂ ਨੇ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਇੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ, ਯੂਨੀਵਰਸਿਟੀ ਕਾਲਜਾਂ ਦੇ ਜਿਹੜੇ ਨੌਜਵਾਨ ਨੇ ਉਹ ਵੀ ਪਹੁੰਚੇ ਹੋਏ ਨੇ, ਤੇ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨੀ ਸੰਘਰਸ਼ ਨੂੰ ਹਮਾਇਤ ਦੇਣ ਦੇ ਲਈ ਕਿਸਾਨ ਵੀ ਪਹੁੰਚੇ ਹੋਏ ਨੇ। ਸੋ ਗੱਲਬਾਤ ਕਰਾਂਗੇ ਉੱਧਰ ਜਾ ਕੇ ਵੀ। ਜੇ ਕੋਸ਼ਿਸ਼ ਰਹੇਗੀ ਸਾਡੀ ਹਰ ਕਿਸੇ ਦੇ ਨਾਲ ਗੱਲਬਾਤ ਕਰਨ ਦੀ। ਪਹਿਲਾਂ ਤੁਹਾਨੂੰ ਇਹ ਟ੍ਰੈਫਿਕ ਆ ਜਿਹੜੀ ਇਹ ਦਿਖਾ ਰਹੇ ਹੈਗੇ ਕਿ ਇਹ ਰੋਡ 24 ਘੰਟੇ ਚੱਲਦਾ ਰਹਿੰਦਾ। ਇੱਥੇ ਕਿਸੇ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕਰੀ ਜਾਂਦੀ।
ਟ੍ਰੈਫਿਕ ਨੂੰ ਕੋਈ ਨਹੀਂ ਰੋਕਿਆ ਜਾਂਦਾ। ਸੋ ਇਹ ਜਿਹੜਾ ਰੋਡ ਆ ਇਹ ਚੱਲਦਾ ਰਹਿੰਦਾ ਹੈਗਾ 24 ਘੰਟੇ। ਸੋ ਤੁਸੀਂ ਇਹ ਤਸਵੀਰਾਂ ਨੇ ਜਿਹੜੀਆਂ ਇਹ ਦੇਖ ਸਕਦੇ ਹੋਗੇ, ਤੁਹਾਨੂੰ ਇਹ ਦਿਖਾਈਆਂ ਜਾ ਰਹੀਆਂ ਨੇ। ਇਹ ਤਸਵੀਰਾਂ ਨੇ ਇੱਥੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈਗਾ ਕਿ ਬਾਬਾ ਜੀ ਨੂੰ ਸਵੇਰੇ ਚੁੱਕ ਲਿਆ ਗਿਆ ਸੀ। ਸੋ ਹੁਣ ਫੇਰ ਇੱਥੇ ਜਿਹੜਾ ਉਹਨਾਂ ਦਾ ਟੈਂਟ ਆ, ਬਾਬਾ ਜੀ ਨੇ ਕਿਹਾ ਗਿਆ ਕਿ ਅਸੀਂ ਆਪਦਾ ਟੈਂਟ ਆ ਇੱਥੇ ਪੱਕਾ ਰੱਖਾਂਗੇ, ਇਸ ਪਿੱਲਰ ਦੇ ਥੱਲੇ ਬੈਠਾਂਗੇ, ਬਾਕੀ ਸੰਗਤ ਆ ਜਿਹੜੀ ਉਹ ਛਾਵੇਂ ਆਪਦੇ ਟੈਂਟ ਲਾ ਲੇ, ਪਰ ਜੇ ਧੁੱਪ ਰਹੇ ਛਾਂ ਰਹੇ ਤਾਂ ਅਸੀਂ ਇਸ ਪਿੱਲਰ ਦੇ ਥੱਲੇ ਹੀ ਰਹਾਂਗੇ। ਜਿੰਨਾ ਟਾਈਮ ਕਿਸਾਨੀ ਅੰਦੋਲਨ, ਕਿਸਾਨੀ ਬਿੱਲ ਨੇ ਜਿਹੜੇ ਉਹ ਵਾਪਸ ਨਹੀਂ ਹੋ ਜਾਂਦੇ, ਉਹਨਾਂ ਟਾਈਮ ਅਸੀਂ ਇੱਥੇ ਹੀ ਰਹਾਂਗੇ। ਸੋ ਬਾਬਾ ਜੀ ਦੇ ਹੌਸਲੇ ਬੁਲੰਦ ਨੇ। ਬੇਸ਼ੱਕ ਉਮਰ 80 ਤੋਂ ਪਲੱਸ ਹੋ ਗਈ ਆ। ਤੁਹਾਡਾ ਕੀ ਕਹਿਣਾ ਜੀ? ਬਾਬਾ ਜੀ ਨੂੰ ਅੱਜ ਚੁੱਕਿਆ ਗਿਆ ਸੀਗਾ, ਇੱਥੇ ਤੁਸੀਂ ਆਏ ਹੋ, ਹਮਾਇਤ 'ਚ ਆਏ ਹੋਗੇ ਇਹਨਾਂ ਦੇ, ਬਾਬਾ ਜੀ ਦੀ ਹਮਾਇਤ ਦੇ ਵਿੱਚ ਆਏ ਹੋ, ਕਿਸਾਨਾਂ ਦੀ ਹਮਾਇਤ ਦੇ ਵਿੱਚ ਆਏ ਹੋ, ਕੀ ਕਹਿਣਾ ਤੁਹਾਡਾ? ਅਸੀਂ ਇਹ ਕਹਿਣਾ ਵੀ ਜ਼ੁਲਮ ਨਾ ਕਰ, ਕੋਈ ਫਾਇਦਾ ਨਹੀਂ ਹੈਗਾ ਬੀਜੇਪੀ ਨੂੰ। ਹਾਂ, ਅਸੀਂ ਨਹੀਂ ਬਰਦਾਸ਼ਤ ਕਰ ਸਕਾਂਗੇ ਕਿਉਂਕਿ ਸਾਡੇ ਤੇ ਸਿੱਧਾ ਹਮਲਾ ਇਹ। ਅਗਰ ਇਹਨਾਂ ਨੂੰ ਟੈਂਟ ਦਾ ਹੀ ਔਖਾ ਹੈ, ਅੜੇ ਸੜਕਾਂ ਦੇ ਉੱਤੇ ਲਾਈ ਬੈਠੇ ਜਗ੍ਹਾ ਜਗ੍ਹਾ, ਆ ਗੰਦ ਪਾਦਾ ਪੀਜੀ ਦੇ ਸਾਹਮਣੇ, ਉਹ ਸੜਕਾਂ ਤੋਂ ਟੈਂਟ ਕਿਉਂ ਲਾਈ ਬੈਠੇ ਨੇ? ਉਹ ਬੰਦ ਕਰਾਉਣ। ਸਾਡਾ ਧਰਨਾ ਸ਼ਾਂਤਮਈ ਧਰਨਾ ਹੈ। ਅਸੀਂ ਕਿਸੇ ਤੋਂ ਪੈਸੇ ਨਹੀਂ, ਲੋਕਾਂ ਨੂੰ ਚਾਹ ਪਾਣੀ ਪਿਆਉਂਦੇ ਹਾਂ, ਠੀਕ ਹੈ ਕਿ ਨਹੀਂ? ਅਸੀਂ ਕੋਈ ਲੁੱਟ ਖਸੁੱਟ ਨਹੀਂ ਕਰਦੇ ਕੁਛ, ਬਲਕਿ ਅਸੀਂ ਕਿਸੇ ਦਾ ਗੰਦ ਨਹੀਂ ਪਾਉਂਦੇ, ਸਫਾਈ ਕਰਦੇ ਹਾਂ। ਸਾਡੀ ਸਫਾਈ ਹੈਗੀ ਆ, ਤਾਂ ਸਾਨੂੰ ਸਤਿਕਾਰ ਮਿਲਣਾ ਚਾਹੀਦਾ, ਨਾ ਕਿਸੇ ਨੂੰ ਡਿਸਟਰਬ ਕਰਨਾ ਚਾਹੀਦਾ। ਹੋਰ ਕੀ ਮੰਗਾਂ ਕਰਦੇ ਹੋ? ਜਿਵੇਂ ਬਸ ਕਿਸਾਨਾਂ ਦੇ ਹੱਲ ਹੈ ਤੇ ਕਿਸਾਨਾਂ ਦੇ ਕਿਸੇ ਕਿਸਮ ਦਾ ਹਮਲਾ ਨਾ ਕਰਨ, ਇਹੀ ਬਿਹਤਰ ਹੈਗਾ ਇਹਨਾਂ ਵਾਸਤੇ। ਸੋ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਦਿਖਾ ਰਹੇ ਹਾਂਗੇ, ਹਰ ਕਿਸੇ ਦਾ ਦਿਲ ਆ ਜਿਹੜਾ ਉਹ ਬਲੂੰਦਰਿਆ ਜਾਂਦਾ ਗਾ, ਹਰ ਕਿਸੇ ਦਾ ਹਿਰਦਾ ਜਿਹੜਾ ਉਹ ਬਲੂੰਦਰਿਆ ਜਾਂਦਾ। ਹਰ ਕੋਈ ਆ ਰਿਹਾ ਇੱਥੇ ਚੰਡੀਗੜ੍ਹ ਦਾ, ਜਿਸ ਨੂੰ ਵੀ ਪਤਾ ਲੱਗ ਰਿਹਾ ਉਹ ਇੱਥੇ ਆ ਰਹੇ ਨੇ। ਉਹਨਾਂ ਦਾ ਕਹਿਣਾ ਹੈਗਾ ਕਿ ਸਾਡੇ ਤੇ ਸਿੱਧਾ ਸਿੱਧਾ ਹਮਲਾ ਗਾ ਇਹ, ਕਿਸਾਨੀ ਸੰਘਰਸ਼ ਤੇ, ਕਿਸਾਨੀ ਤੇ, ਜਵਾਨੀ ਤੇ ਸਿੱਧਾ ਸਿੱਧਾ ਹਮਲਾ ਗਾ ਇਹ। ਜੇਕਰ ਇੱਥੋਂ ਟੈਂਟ ਚੁਕਾਇਆ ਜਾਂਦਾ ਤਾਂ ਉਹ ਇੱਕ ਹਮਲਾ ਗਾ। ਉਹਨਾਂ ਦਾ ਇਹ ਵੀ ਕਹਿਣਾ ਗਾ ਕਿ ਜੇਕਰ ਇੱਥੇ ਹੋਰ ਟੈਂਟ ਲੱਗ ਰਹੇ ਨੇ, ਸੜਕਾਂ ਦੇ ਉੱਪਰ ਬੈਠੇ ਨੇ, ਤਾਂ ਫਿਰ ਇਸ ਟੈਂਟ ਦਾ ਕੀ ਦੁੱਖ ਆ? ਇਹ ਟੈਂਟ ਆ ਜਿਹੜਾ ਇੱਥੋਂ ਕਿਉਂ ਚੁਕਾਇਆ ਜਾ ਰਿਹਾ? ਸੋ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਨੌਜਵਾਨਾਂ ਦੇ ਨਾਲ ਵੀ ਕੀ ਕਹਿਣਾ ਨੌਜਵਾਨਾਂ ਦਾ। ਸੋ ਗੱਲਬਾਤ ਕਰਦੇ ਆ ਨੌਜਵਾਨਾਂ ਦੇ ਨਾਲ। ਬਾਈ ਜੀ ਕੀ ਕਹਿਣਾ ਤੁਹਾਡਾ? ਗੱਲ 2 ਮਿੰਟ। ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਇੱਥੇ ਇਹਨਾਂ ਦੀ ਮੀਟਿੰਗ ਚੱਲ ਰਹੀ ਹੈਗੀ ਫਿਲਹਾਲ। ਸੋ ਗੱਲਬਾਤ ਕਰ ਨਵਦੀਪ, ਪਹਿਲਾਂ ਅੰਬਾਲੇ ਦੇ ਵਿੱਚ ਪ੍ਰੋਟੈਸਟ ਕਰਿਆ, ਅੰਬਾਲੇ ਦੇ ਵਿੱਚ ਸਿੱਖਿਆ ਮੰਤਰੀ ਨੂੰ ਨਹੀਂ ਆਉਣ ਦਿੱਤਾ ਗਿਆ, ਅੱਜ ਇੱਥੇ ਮਟਕਾ ਚੌਂਕ ਦੇ ਵਿੱਚ ਬੈਠ ਗਏ, ਮਟਕਾ ਚੌਂਕ ਦੇ ਵਿੱਚ ਆ ਗਏ, ਕੀ ਕਹਿਣਾ ਗਾ? ਕੀ ਕਰ ਰਹੀ ਆ ਸਰਕਾਰ? ਅਸੀਂ ਆਏ ਸੀਗੇ, ਪਤਾ ਲੱਗਿਆ ਸੀਗਾ ਉੱਥੋਂ ਹੀ ਵੀ ਆਪਣਾ ਬਾਬਾ ਜੀ ਚੱਕ ਲਏ ਸੀਗੇ ਜਿਹੜੇ ਇੱਥੇ ਪ੍ਰੋਟੈਸਟ ਕਰਦੇ ਨੇ। ਉਸ ਤੋਂ ਪਤਾ ਲੱਗਿਆ ਟੀਮ ਕਹਿੰਦੀ ਵੀ ਆਪਾਂ ਜਾਣਾ ਹੈ ਉੱਥੇ, ਆਪਣਾ ਚੰਡੀਗੜ੍ਹ ਜਾਣਾ ਹੈ, ਸੈਕਟਰ ਥਾਣੇ 17 ਉੱਤੇ ਗਏ। ਚਲੋ ਜਿਹੜੀ ਵੀ ਸਾਨੂੰ ਪਤਾ ਸੀਗਾ ਵੀ ਐਡੀ ਤਾਕਤ ਸਰਕਾਰ ਦੀ ਹੈਗੀ ਨਹੀਂ ਹੈ ਨਾ, ਡਰਦੇ ਤਾਂ ਬਾਹਲੇ ਨੇ ਕਿਉਂਕਿ ਹਲੇ ਤਾਂ ਥੋੜੀ ਜਿਹੀ ਗੇਮ ਸੀ। ਜਦੋਂ ਵੱਡੇ ਐਲਾਨ ਹੋਣੇ ਸੀ ਨਾ ਤਾਂ ਸਾਰਾ ਚੰਡੀਗੜ੍ਹ ਜਾਮ ਹੋ ਜਾਣਾ। ਫਿਰ ਜਦੋਂ ਕਿਸਾਨ ਆਉਂਦੇ ਨੇ ਨਾ, ਹਰਿਆਣੇ ਪੰਜਾਬ ਵਾਲੇ ਨਿਕਲ ਕੇ ਜਦੋਂ ਵੱਡੀਆਂ ਗੱਲਾਂ ਆਉਂਦੀਆਂ ਨੇ ਫਿਰ ਡਰਦੀਆਂ ਨੇ ਸਰਕਾਰਾਂ। ਇਹ ਜੀ ਚੱਕਰ ਨੇ, ਪਰ ਇਹ ਥੋੜਾ ਹਰਾਸ ਕਰਦੇ ਨੇ, ਤਾਕਤ ਦੇਖਦੇ ਨੇ ਸਾਡੀ ਕਿੰਨੀ ਕੁ ਤਾਕਤ ਬਚੀ ਹੋਈ ਹੈ ਇਹਨਾਂ 'ਚ। ਟਾਈਮ ਟੂ ਟਾਈਮ ਅਸੀਂ ਵੀ ਅਹਿਸਾਸ ਕਰਾਉਂਦੇ ਹਾਂ ਵੀ ਅਸੀਂ ਤਾਂ ਉਵੇਂ ਹੀ ਆ ਜਿਵੇਂ ਪਹਿਲੇ ਦਿਨ ਤੋਂ ਚੱਲੇ ਸੀਗੇ, ਉਵੇਂ ਤਕੜੇ ਹੋ ਕੇ ਅੱਜ ਖੜੇ ਆ ਸਾਰੇ ਦੇ ਸਾਰੇ, ਠੀਕ ਹੈ? ਦਬਦੇ ਨਹੀਂ ਹੈਗੇ, ਜਿੱਤ ਕੇ ਘਰਾਂ ਨੂੰ ਵਾਪਸ ਆਵਾਂਗੇ, ਐ ਨਹੀਂ ਦਬਦੇ ਵੀ ਤੁਸੀਂ ਜੋ ਮਰਜ਼ੀ ਕਰੀ ਜਾਓ, ਸਰਕਾਰਾਂ ਜੋ ਮਰਜ਼ੀ ਕਰ ਲੈਣ। ਕਿਸਾਨ ਪਹਿਲਾਂ ਵੀ ਡਟ ਕੇ ਖੜੇ ਸੀ, ਅੱਜ ਵੀ ਖੜੇ ਰਹਾਂਗੇ ਹਮੇਸ਼ਾ ਜਦ ਤੱਕ ਇਹ ਆਪਣੀ ਜਿੱਤ ਪ੍ਰਾਪਤ ਨਹੀਂ ਹੁੰਦੀ ਸਾਨੂੰ। ਜਿਵੇਂ ਅੰਬਾਲੇ ਦੇ ਵਿੱਚ ਅੱਜ ਐਲਾਨ ਕਰਕੇ ਆਉਂ ਵੀ ਉਹ ਦਿਨ ਵੀ ਦੂਰ ਨਹੀਂ ਹੈਗਾ, ਜੇਕਰ ਅਸੀਂ ਡੀਸੀ ਦਫ਼ਤਰ ਘੇਰਨ ਤੇ ਆ ਕੇ ਜਾਂ ਐਸਐਸਪੀ ਦਫ਼ਤਰ ਘੇਰਨ ਤੇ ਆ ਕੇ ਤਾਂ ਘੇਰਾਂਗੇ। ਇੱਥੇ ਵੀ ਹੁਣ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਇੱਕ ਤਰ੍ਹਾਂ ਦਾ ਪਰੇਸ਼ਾਨ ਕਰ ਰਿਹਾ ਹੈਗਾ ਬਜ਼ੁਰਗਾਂ ਦੀ, ਜਿਹੜਾ 2-3 ਵਾਰ ਚੁੱਕਿਆ ਗਿਆ ਪਹਿਲਾਂ ਵੀ ਤੇ ਅੱਜ ਫੇਰ ਚੁੱਕ ਕੇ ਲੈ ਗਿਆ। ਬਿਲਕੁਲ, ਅਸੀਂ ਕਹਿ ਰਹੀ ਸੀ ਗੱਲ ਵੀ ਅਸੀਂ, ਮੈਂ ਕਿਹਾ ਐਸਪੀ ਦਫ਼ਤਰ ਨੂੰ ਘੇਰ ਲੈਂਦੇ ਹਾਂ ਵੀ ਇਹ ਕੀ ਹੈ, ਰੋਜ਼ ਦਾ ਡਰਾਮਾ ਜਿਹਾ ਰੱਖਿਆ ਹੋਇਆ ਹੈ ਨਾ। ਪਹਿਲੀ ਗੱਲ ਤਾਂ ਸਾਡਾ ਪ੍ਰਸ਼ਾਸਨ ਨਾਲ ਕੋਈ ਰੌਲਾ ਨਹੀਂ ਹੈਗਾ, ਪੁਲਿਸ ਨਾਲ ਸਾਡਾ ਕੋਈ ਰੌਲਾ ਨਹੀਂ ਹੁੰਦਾ ਹੈ ਨਾ। ਇਹ ਤਾਂ ਡਿਊਟੀਆਂ ਲੱਗੀਆਂ ਹੋਈਆਂ ਨੇ, ਇਹ ਤਾਂ ਭਾਈਚਾਰਾ ਹੈ ਸਾਡਾ। ਚਲੋ ਥੋੜੀ ਬਹੁਤੀ ਉੱਤੇ ਨੀਤੇ ਹੋ ਜਾਂਦੀ ਹੈ ਕਿ ਡਿਊਟੀ ਹੈ ਇਹਨਾਂ ਦੀ, ਹੈ ਨਾ। ਸਾਡਾ ਰੌਲਾ ਹੈਗਾ ਸਰਕਾਰਾਂ ਨਾਲ, ਠੀਕ ਹੈ? ਅਸੀਂ ਕਹਿੰਦੇ ਹਾਂ ਸਾਹਮਣੇ ਟੱਕਰੋ ਆ ਗਏ, ਸਰਕਾਰ ਟੱਕਰੇ ਆ ਗਿਆ, ਬੀਜੇਪੀ ਵਾਲਾ ਐਲਾਨ ਕਰਕੇ ਆਣ ਵੀ ਅਸੀਂ ਆਣ ਲੱਗੇ ਪ੍ਰੋਗਰਾਮ ਕਰਕੇ, ਪ੍ਰਸ਼ਾਸਨ ਨੂੰ ਵਿੱਚ ਸਾਈਡ ਕਰੋ ਨੇ। ਤਾਂ ਭਾਈਚਾਰਾ ਹੈ ਸਾਡਾ, ਅਸੀਂ ਮਾੜੇ ਮੋਟੇ ਰੁਕ ਵੀ ਇਹਨਾਂ ਕਰਕੇ ਜਾਂਦੇ ਹਾਂ ਵੀ ਚਲੋ ਆਪਣਾ ਭਾਈਚਾਰਾ ਵੀ ਨੁਕਸਾਨ ਬਾਹਲਾ ਨਾ ਹੋ ਜੇ, ਠੀਕ ਹੈ ਨਾ। ਤੇ ਜਿੱਦਣ ਸਾਹਮਣੇ ਬੀਜੇਪੀ ਵਾਲਿਆਂ ਨਾਲ ਜੇਜੇਪੀ ਵਾਲਿਆਂ ਨਾਲ ਟੱਕਰੇ ਹੋਗੇ ਨਾ, ਤੁਹਾਨੂੰ ਦਿਖਾ ਦਾਂਗੇ ਸਾਡੇ 'ਚ ਤਾਕਤ ਕਿੰਨੀ ਹੈਗੀ ਆ ਵੀ ਹਾਂ, ਪੂਰੇ ਸਿਰ ਧੜ ਦੀ ਨਿਭਾ ਕੇ ਦਿਖਾਵਾਂਗੇ। ਮੈਮ ਤੁਹਾਡਾ ਕੀ ਕਹਿਣਾ? ਤੁਸੀਂ ਇੱਥੇ ਲਗਾਤਾਰ ਪ੍ਰੋਟੈਸਟ ਦੇ ਵਿੱਚ ਆਉਂਦੇ ਰਹੋਗੇ, ਇਸੇ ਮਟਕਾ ਚੌਂਕ ਦੇ ਵਿੱਚ ਆਉਂਦੇ ਰਹੋਗੇ, ਕੀ ਕਹਿਣਾ ਤੁਹਾਡਾ? ਅੱਜ ਜੋ ਇਹਨਾਂ ਨੇ ਕੀਤਾ ਜੀ, ਪ੍ਰਸ਼ਾਸਨ ਨੇ ਬਹੁਤ ਗਲਤ ਕੀਤਾ। ਇਹਨਾਂ ਨੂੰ ਬਾਬਾ ਜੀ ਨੂੰ ਨਹੀਂ ਉਠਾਉਣਾ ਚਾਹੀਦਾ ਸੀਗਾ ਕਿਉਂਕਿ ਉਹ ਸ਼ਾਂਤੀਪੂਰਵਕ ਬੈਠੇ ਸੀ ਧਰਨੇ ਤੇ ਇਹਨਾਂ ਨੇ ਬਹੁਤ ਗਲਤ ਕੀਤਾ ਅੱਜ। ਇਸ ਕਰਕੇ ਅਸੀਂ ਸਾਰੇ ਕਿਸਾਨ ਮੋਰਚੇ ਵਾਲੇ ਜਿੰਨੇ ਵੀ ਚੰਡੀਗੜ੍ਹ 'ਚ ਕਿਸਾਨ ਮੋਰਚਾ ਲਾਉਂਦੇ ਆ ਤਾਂ ਬਾਹਰੋਂ ਵੀ ਸਾਰੇ ਅਸੀਂ ਬਾਬਾ ਜੀ ਦੀ ਸਪੋਰਟ ਲਈ ਆਏ।
ਹਾਂਜੀ ਕਿਸਾਨ ਮੋਰਚੇ ਦੀ ਸਪੋਰਟ ਦੇ ਵਿੱਚ ਆਏ ਨੇ, ਜਿਵੇਂ ਬਾਬਾ ਜੀ ਦੀ ਸਪੋਰਟ ਦੇ ਵਿੱਚ ਆਏ ਨੇ, ਤੁਹਾਡਾ ਕੀ ਕਹਿਣਾ ਜੀ? जी जीत साड़ी होगी, आज भी जीत साड़ी थी और दिल्ली तो भी जीत के आओगे, ठीक है जी। और मैं सारे किसानों वीर जी का धन्यवाद करती हूँ और दिलों ते धन्यवाद करती हूँ। जीत साड़ी होगी, जय जवान जय किसान, बस जी। ਸੋ ਹਰ ਕੋਈ ਆਸ ਲਾਈ ਬੈਠਾ ਗਾ, ਹਰ ਕਿਸੇ ਦੀ ਆਸ ਹੈ ਕਿ ਜਿੱਤ ਕੇ ਆਵਾਂਗੇ, ਜਿੱਤ ਸਾਡੀ ਹੋਏਗੀ। ਸੋ ਇਹ ਤਸਵੀਰਾਂ ਨੇ ਤੁਹਾਨੂੰ ਦਿਖਾ ਦਿੰਦੇ ਆ। ਹਲੇ ਇਹਨਾਂ ਦੀ ਮੀਟਿੰਗ ਚੱਲ ਰਹੀ ਆ ਕੋਈ ਨੌਜਵਾਨਾਂ ਦੀ, ਜਿਹੜੇ ਕਿ ਇੱਥੇ ਮਟਕਾ ਚੌਂਕ ਦੇ ਵਿੱਚ ਆਉਂਦੇ ਹੁੰਦੇ ਸੀ। ਗੱਲਬਾਤ ਕਰਾਂਗੇ, ਇੱਥੇ ਹੋਰ ਵੀ ਕਿਸਾਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸੋ ਪਹਿਲਾਂ ਤੁਹਾਨੂੰ ਇਹ ਤਸਵੀਰਾਂ ਨੇ ਜਿਹੜੀਆਂ ਇਹ ਦਿਖਾ ਦਈਏ, ਦਿਖਾ ਦਈਏ ਪਹਿਲਾਂ ਕਿ ਇੱਥੇ ਕਿਸ ਤਰ੍ਹਾਂ ਬਾਬਾ ਜੀ ਨੂੰ ਚੁੱਕਿਆ ਗਿਆ। ਸਵੇਰੇ 10 ਵਜੇ ਉਹਨਾਂ ਦਾ ਟੈਂਟ ਪੱਟ ਦਿੱਤਾ ਗਿਆ। ਸੋ ਗੱਲਬਾਤ ਕਰਦੇ ਹਾਂ। ਬਾਈ ਜੀ, ਤੁਸੀਂ ਨੌਜਵਾਨ ਹੋ, ਇੱਕ ਨੌਜਵਾਨੀ ਨੂੰ ਹਮੇਸ਼ਾ ਲਾਹਣਤਾਂ ਹੀ ਪਈਆਂ ਨੇ। 70 ਸਾਲਾਂ ਤੋਂ ਜੇਕਰ ਗੱਲ ਕਰੀਏ ਤਾਂ ਕਿਹਾ ਜਾਂਦਾ ਸੀਗਾ। ਨਹੀਂ, ਚਾਹ ਨਹੀਂ ਪੀਣੀ, ਚਾਹ ਬਾਅਦ ਨੂੰ ਦੇਖਾਂਗੇ। ਪਹਿਲਾਂ ਚਾਹ ਪੀਓ, ਫਿਰ ਲਾਂਤਾ ਦੀ ਗੱਲ ਕਰਾਂਗੇ, ਇਦਾਂ ਨਹੀਂ। ਸੋ ਗੱਲ ਸ਼ੁਰੂ ਆਪਾਂ ਕਰਦੇ ਹਾਂ। ਪਹਿਲਾਂ ਇੱਕ ਸਿਪ ਚਾਹ ਲਓ, ਫਿਰ ਗੱਲ ਕਰੂੰਗਾ, ਇਦਾਂ ਨਹੀਂ। ਪਹਿਲਾਂ ਬਾਈ ਜੀ, ਕੀ ਲੱਗਦਾ ਤੁਹਾਨੂੰ ਅੱਜ ਜਿਹੜਾ ਇੱਥੇ ਬਾਬਾ ਜੀ ਨੂੰ ਚੁੱਕਿਆ ਗਿਆ? ਨੌਜਵਾਨੀ ਨੂੰ ਕਿਹਾ ਜਾਂਦਾ ਸੀ ਕਿ ਯਾਰ ਇਹ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਤਾਂ ਨਸ਼ੇ ਦੇ ਵਿੱਚ ਲੱਗ ਗਈ, ਉੱਥੇ ਛੇਵਾਂ ਦਰਿਆ ਨਸ਼ਿਆਂ ਦਾ ਚੱਲ ਪਿਆ। ਕੀ ਅੱਜ ਕੀ ਕਹੋਗੇ? ਲੱਗੀ ਹੈ, ਜ਼ਰੂਰ ਲੱਗੀ ਹੋਈ ਹੈ। ਦੇਖੋ, ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ। ਜੇ ਨਸ਼ਾ ਵੱਲ ਲੱਗੀ ਹੈ ਤਾਂ ਚੰਗੇ ਕਰਮਾਂ ਵੱਲ ਵੀ ਲੱਗੀ ਹੋਈ ਹੈ। ਤੁਸੀਂ ਅੱਜ ਦੇਖਿਆ ਹੀ ਆ। ਇਹ ਬਸ ਇਹ ਹੈ ਕਿ ਜਿਹੜੇ এনवायरमेंट ਜਿਹਨੂੰ ਆਪਾਂ ਕਹਿੰਦੇ ਆ, ਉਹਨੂੰ এনवायरमेंट ਕੀ ਦਿੰਦਾ। ਹੁਣ ਜਿਵੇਂ ਕਿ ਨਿਆਣੇ ਨੂੰ ਤੁਸੀਂ এনवायरमेंट ਦੋਗੇ ਫੁੱਟਬਾਲ ਦਾ ਜਾਂ ਕੋਈ ਖੇਡਣ ਦਾ, ਉਹ ਆਪਣਾ ਰੁੜਦਾ ਰਹੇਗਾ, ਪੈਰ ਮਾਰ ਦੇਗਾ ਬਾਲ ਨੂੰ। ਉਹਨੇ ਸਵੇਰੇ ਖੇਡਣਾ, ਸ਼ਾਮ ਨੂੰ ਖੇਡਣਾ, ਉਹਨੇ ਇੰਨਾ ਥੱਕ ਜਾਣਾ, ਰਾਤ ਨੂੰ ਆ ਕੇ ਸੌਂ ਜਾਣਾ ਜਾ ਕੇ। ਉਹਨੂੰ ਉਹਦੇ ਵੱਲ ਨਸ਼ਿਆਂ ਦਾ ਖਿਆਲ ਹੀ ਨਾ ਆਇਆ ਉਹਦੇ ਵੱਲ। ਤੇ ਮੈਂ ਦੇਖਦਾ ਗੁਰਦਾਸਪੁਰ, ਮੈਂ ਏਰੀਆਜ਼ ਦੇਖੇ ਆ, ਉੱਥੇ ਬਹੁਤ ਨਸ਼ਿਆਂ ਦਾ ਚਿੱਟਾ। ਉੱਥੇ 8-8 ਸਾਲ ਦੇ ਬੱਚੇ ਚਿੱਟਾ ਲਾਉਂਦੇ ਉੱਥੇ, ਤੇ ਬਰਬਾਦ ਹੈ ਉਹਨਾਂ ਦੇ ਘਰ ਉੱਥੇ। ਬਟ ਉਸੇ ਪਿੰਡ ਦੇ ਬੰਦੇ ਇੰਡੀਆ ਲੈਵਲ ਫੁੱਟਬਾਲ ਖੇਡ ਚੁੱਕੇ ਨੇ, ISL ਲੈਵਲ ਖੇਡ ਚੁੱਕੇ ਨੇ, ਜਿਵੇਂ IFBL ਹੈ, ISL ਖੇਡ ਚੁੱਕੇ ਨੇ। ਤੇ ਮੈਂ ਇਹੀ ਕਹੂੰਗਾ ਕਿ এনवायरमेंट ਦੀ ਗੱਲ ਹੈ, ਉਹਨਾਂ ਨੂੰ ਬੂਸਟ ਕਰੋ। ਤੇ ਪੜ੍ਹਾਈ ਦੀ ਗੱਲ ਹੈ, ਪੜ੍ਹਾਈ ਤਾਂ ਸਰਿਆ ਹੀ ਪਿਆ। ਜੇ ਫੰਡਸ ਆਉਣਗੇ ਤਾਂ ਹੀ ਪੜ੍ਹਾਈ ਹੋਏਗੀ ਉਹਨਾਂ ਦੀ। ਫੰਡਸ ਟੀਚਰਸ ਨੂੰ ਦਿੰਦੇ ਨਹੀਂ ਹੈ, ਪਰ ਟੀਚਰਸ ਕੀ ਪੜ੍ਹਾਉਣਗੇ ਅੱਗੇ? ਬੱਚੇ ਬਾਹਰ ਨੂੰ ਲੰਘ ਰਹੇ ਹੈ। ਹੁਣ ਜਿਹੜਾ ਬਚਿਆ ਯੂਥ ਹੈ ਉਹ ਜਾਣ ਦੀ ਤਿਆਰੀ ਕਰ ਰਿਹਾ ਬਾਹਰ ਦੀ। ਸਾਰੇ ਪੇਪਰ ਦਿੱਤੇ ਹੋਏ ਆਇਲਸ ਦੇ, ਜਿਨ੍ਹਾਂ 'ਤੇ ਨਹੀਂ ਲੱਗ ਰਹੇ ਬੈਂਡ, ਉਹਨਾਂ ਨੇ ਦਿੱਤੇ ਪੈਸੇ। ਤੇ ਜਦ ਤੱਕ ਕਰੋਨਾ ਖਤਮ ਨਹੀਂ ਹੁੰਦਾ ਉਹ ਇੱਥੇ ਹੀ ਹੈ। ਕਰੋਨਾ ਖਤਮ ਹੋ ਜਾਏਗਾ ਉਹ ਨਿਕਲ ਜਾਣਗੇ। ਇੰਨਾ ਵਿਹਲਾ ਟਾਈਮ ਹੈ ਲੋਕਾਂ ਕੋਲ, ਤਾਂ ਬਾਬਾ ਜੀ ਕੋਲ ਆ ਜਾਂਦੇ ਨੇ। ਪਰ ਕਈ ਦਿਲੋਂ ਵੀ ਆਉਂਦੇ ਨੇ। ਹੁਣ ਮੈਂ ਬਾਬਾ ਜੀ, ਮੈਂ ਇੱਥੇ ਹੁੰਦਾ ਨਹੀਂ ਵੈਸੇ, ਮੈਂ ਗੁਰਦਾਸਪੁਰ ਪਟਿਆਲਾ ਹੁੰਦਾ, ਰੈਜ਼ੀਡੈਂਸ ਮੇਰੀ ਚੰਡੀਗੜ੍ਹ ਦੀ ਆ। ਪਰ ਬਾਬਾ ਜੀ ਦਾ ਮੈਂ ਦੇਖਿਆ ਕਿ ਖੜੇ ਆ ਕਿਸੇ ਕੌਜ਼ ਲਈ, ਤਾਂ ਐਜ਼ ਅ ਰਿਸਪੈਕਟ ਮੈਂ ਉਹਨਾਂ ਲਈ ਆਇਆ। ਤੇ ਸਿੱਖ ਕੌਮ ਜਾਣੀ ਜਾਂਦੀ ਹੈ ਇੱਕ ਚੀਜ਼ ਲਈ ਖੜੀ ਹੋਗੀ ਤਾਂ ਖੜੀ ਹੋ ਗਈ ਆ। ਤੇ ਮੈਨੂੰ ਲੱਗਦਾ ਕਿ ਯੂਥ, ਆਉਣ ਵਾਲੀ ਯੂਥ ਕਾਫੀ ਸਮਝਦਾਰ ਹੈ, ਖਾਸ ਕਰ ਚੰਡੀਗੜ੍ਹ ਦੀ। ਆਪਾਂ ਚੰਡੀਗੜ੍ਹ ਦੀ ਗੱਲ ਕਰ ਸਕਦਾ, ਮੈਂ ਬਾਹਰ ਦੀ ਗੱਲ ਨਹੀਂ ਕਰ ਸਕਦਾ। ਚੰਡੀਗੜ੍ਹ ਦੀ ਯੂਥ ਅੱਗੇ ਚੇਂਜ ਲੈ ਕੇ ਆਏਗੀ। ਲਾਈਫ ਇੱਕ ਸਰਕਲ ਹੈ, ਤਾਂ ਇੱਕ ਸਰਕਲ ਚੇਂਜ ਹੋਏਗਾ, ਟਾਈਮ ਚੇਂਜ ਹੋਏਗਾ, ਮੋਦੀ ਬਦਲੇਗਾ। ਬਈ ਜੇ ਗੱਲ ਕਰੀਏ ਤਾਂ ਤੁਸੀਂ ਫੁੱਟਬਾਲ ਦੀ, ਤੁਸੀਂ ਖੇਡਾਂ ਦੀ ਗੱਲ ਕਰੀ ਹੈਗੀ। ਖੇਡਾਂ ਦੇ ਵਿੱਚੋਂ ਕਾਫੀ, ਜੇ ਆਪਾਂ ਨਾਮਵਰ ਬੰਦਿਆਂ ਦੀ ਗੱਲ ਕਰੀਏ, ਜਿਵੇਂ ਪਿਛਲੇ ਦਿਨੀ ਜੈਪਾਲ ਭੁੱਲਰ ਦਾ ਐਨਕਾਊਂਟਰ ਹੋ ਜਾਂਦਾ, ਵਿੱਕੀ ਗੌਂਡਰ ਦੀ ਗੱਲ ਕਰੀਏ, ਸ਼ੇਰਾ ਗੁੱਬਣ ਦੀ ਗੱਲ ਕਰੀਏ, ਸਾਰੇ ਪਲੇਅਰ ਸੀ। ਫਿਰ ਉਧਰਲੇ ਪਾਸੇ ਕਿਉਂ ਚਲੇ ਜਾਂਦੇ ਨੇ? ਇਹ ਦੇਖੋ, ਇਹ ਵੀ ਗੱਲ ਬੜੀ ਬਰੀਕੀ ਵਾਲੀ ਗੱਲ ਹੈ ਕਿ ਹੁਣ ਇਹ ਬੰਦਾ ਟ੍ਰੇਨਰ ਸੀ। ਮੈਨੂੰ ਮੇਰੇ ਨੋਨ 'ਚ ਅੱਗੇ ਬੰਦਾ ਨੋਨ ਦਾ ਜਾਣਦਾ ਸੀ ਕੌਣ ਹੈ ਬੰਦਾ। ਤੇ ਇਹ ਐਨਕਾਊਂਟਰ ਮੈਨੂੰ ਲੱਗਦਾ ਹੈ ਕਿ ਫੇਕ ਵੀ ਹੋ ਸਕਦਾ, ਕਿਉਂਕਿ ਉਹ ਬੰਦਾ ਵੈਸੇ ਜਿਮ 'ਚ ਪ੍ਰੋਟੀਨ ਵੇਚਦਾ ਸੀ। ਤੇ ਪ੍ਰੋਟੀਨ ਵੇਚਦੇ ਉਹਦੇ ਨਾਲ ਟੀਕੇ ਵੇਚੇ ਜਾਂਦੇ ਆ। ਤੇ ਜਿਹੜੇ ਨਵੇਂ ਜਿਮ ਜਾਂਦੇ ਆ, ਸਾਡੇ ਵਰਗੇ ਹੁੰਦੇ ਆ ਕਿ ਬਾਈ ਬੋਡੀ ਛੇਤੀ ਬਣਾਉਣੀ ਹੈ, ਸ਼ਾਰਟਕਟ ਭਾਲਦੇ ਆ। ਤੇ ਉਹ ਸ਼ਾਰਟਕਟ ਦੇ ਚੱਕਰ 'ਚ ਵੇਚੀ ਜਾਂਦੇ ਉਹਨਾਂ ਨੂੰ ਲਾਲਚ। ਜਿਸ ਲਾਲਚ ਆ ਜਾਂਦਾ ਨਾ, ਉੱਥੇ ਬੰਦਾ ਕੁਛ ਵੀ ਕਰ ਲੈਂਦਾ ਫਿਰ। ਤੇ ਐਂਡ 'ਚ ਬੰਦਾ ਜਾਂਦੇ ਕੋਈ ਵੀ ਮੋੜ ਲੈ ਲੈਂਦਾ, ਗਲਤ ਮੋੜ ਵੀ ਲੈ ਲੈਂਦਾ। ਉਹ ਬੰਦੇ ਨੇ ਗਲਤ ਮੋੜ ਲੈ ਲਿਆ ਜ਼ਿੰਦਗੀ 'ਚ ਜਲਦੀ 'ਚ, ਲਾਲਚ ਦੇ ਚੱਕਰ 'ਚ। ਉਹ ਲਾਲਚ ਹੋ ਸਕਦਾ। ਕਿਹਾ ਤਾਂ ਇਹ ਵੀ ਜਾਂਦਾ ਬਈ ਜਿਹੜੇ ਗੈਂਗਸਟਰ ਨੇ, ਜੇਕਰ ਉਹਨਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਿਆਸਤਦਾਨ ਬਣਾਉਂਦੇ ਨੇ। ਤੁਹਾਡਾ ਕੀ ਕਹਿਣਾ ਗਾ? ਤੁਸੀਂ ਇੱਕ ਨੌਜਵਾਨ ਹੋ, ਨੌਜਵਾਨੀ ਦੇ ਵਿੱਚ ਵਿਚਰਦੇ ਹੋ, ਨੌਜਵਾਨ ਹੋ ਇੱਕ। ਹਾਂਜੀ, ਸਿਆਸਤ ਵਿੱਚ ਜਾਣ ਉਹਨਾਂ ਲਈ, ਜਿਵੇਂ ਕੀ ਕਹਿੰਦੇ ਹੋ ਕਿ ਮੈਂ ਸਿਆਸਤ ਜਾਵਾਂ, ਇਹ ਪੁੱਛ ਰਹੇ ਹੋ ਤੁਸੀਂ? ਨਹੀਂ, ਕਿਹਾ ਜਾਂਦਾ ਗਾ ਵੀ ਉਹਨਾਂ ਨੂੰ ਜਿਹੜੇ ਗੈਂਗਸਟਰ ਬਣਾਉਂਦੇ ਨੇ, ਉਹਨਾਂ ਨੂੰ ਸਿਆਸੀ ਲੋਕ ਯੂਜ਼ ਕਰਦੇ ਉਹਨਾਂ ਨੂੰ, ਗੈਂਗਸਟਰ ਨੂੰ ਯੂਜ਼ ਕਰਦੇ। ਬਿਲਕੁਲ, ਇਹ ਤਾਂ ਆਪਾਂ ਦੇਖਦੇ ਹੀ ਹਾਂ, ਇਹ ਤਾਂ ਹੁੰਦਾ ਯੂਜ਼ ਹਰ ਇੱਕ ਇਲਾਕੇ ਦੇ। ਹੁਣ ਪਿੰਜੌਰ ਦੇਖ ਲਓ, ਲੋਕਲ ਤੇ ਪਿੰਜੌਰ ਹੈ, ਉੱਥੇ ਮੈਂ ਗਰੁੱਪ ਦੇ ਨਾਮ SGM ਗਰੁੱਪ, BSB ਗਰੁੱਪ, ਇਹ ਸਾਰੇ ਵਾਈਟ ਕੈਸਲ ਵਿੱਚ ਉੱਥੇ MLA ਨੇ ਮਰਡਰ ਕਰਾਇਆ। ਉੱਥੇ ਲਾਸਟ ਉਹਦੇ ਜਨਮ ਦਿਨ ਤੇ ਬੰਦੇ ਦਾ ਮਰਡਰ ਕੀਤਾ ਗਿਆ। ਤੇ ਇਹ ਕਰਾਉਂਦੇ ਨੇ, MLA ਕਰਾਉਂਦੇ ਨੇ ਮਰਡਰ, ਹੋ ਰਹੇ ਨੇ ਮਰਡਰ।
ਗੈਂਗਸਟਰ ਹਰ ਪਾਸੇ ਨੇ ਯੂਜ਼ ਕਰਦੇ ਨੇ। ਪੋਲਿਟਿਕਸ ਤਾਂ ਗੰਦੀ ਹੈ ਆਪਣੇ ਕੰਟਰੀ 'ਚ, ਜੋ ਮਰਜ਼ੀ ਲਾ ਲਓ। ਇਹ ਦਲਦਲ ਹੈ ਇੱਕ, ਤੇ ਇਹਦੇ ਵਿੱਚ ਜਾਣ ਲਈ ਤੁਸੀਂ ਪੂਰੀ ਤਰ੍ਹਾਂ ਚੰਗੇ ਨਹੀਂ ਬਣ ਸਕਦੇ। ਯੂ ਹੈਵ ਟੂ ਹੈਵ ਸਮ ਕਾਈਂਡ ਆਫ ਗ੍ਰਿਟ, ਬਰੇਵਰੀ ਐਂਡ ਇੰਟੈਲੀਜੈਂਸ ਐਂਡ ਬੈਕਡ ਬਾਈ ਐਜੂਕੇਸ਼ਨ, ਜੋ ਤੁਸੀਂ ਇਸ ਸਿਟੀਜ਼ਨ ਨੂੰ ਮਿਲਦੀ ਐਜੂਕੇਸ਼ਨ। ਸੋ ਆਈ ਲਾਈਕ ਟੂ ਸੇ ਦੈਟ। ਕਈ ਤਾਂ ਪਰਿਵਾਰਾਂ ਦੇ ਕੋਲ ਰਹਿ ਗਈਆਂ ਜਿਹੜੀਆਂ ਰਾਜਨੀਤੀਆਂ ਸੀਗੀਆਂ, ਰਾਜ ਘਰਾਣਿਆਂ ਦੇ ਕੋਲ ਹੀ ਰਹਿ ਗਏ। ਕਈ ਤਾਂ ਮਤਲਬ ਉਹਨਾਂ ਦਾ ਮੁੰਡਾ ਹੀ ਐਮਐਲਏ ਬਣਦਾ, ਉਹਨਾਂ ਦਾ ਮੁੰਡਾ ਹੀ ਐਮਪੀ ਬਣਦਾ। ਦੇਖਿਆ ਕਾਂਗਰਸ 'ਚ ਇਦਾਂ ਹੋਇਆ, ਹਲੇ ਕੱਲ ਪਰਸੋਂ ਹੀ ਹੋਇਆ। ਦੇਖੋ ਉਹਦੇ ਬਾਰੇ ਵੀ ਉਹ ਮੈਨੂੰ ਲੱਗਦਾ ਕੈਪਟਨ ਸਾਹਿਬ ਨੇ ਆਪਣੇ ਪੈਰ 'ਤੇ ਖਿਲਾੜੀ ਆਪ ਹੀ ਮਾਰ ਲਈ ਹੈ ਕਿ ਉਹ ਮੁੰਡੇ ਦੀ ਗੱਲ ਫਿਲਮਾਂ 'ਚ ਨਹੀਂ ਬਣ ਰਹੀ ਸੀ ਮੇ ਬੀ, ਤੇ ਉਹਨੂੰ ਪਤਾ ਇਸ ਪੋਲਿਟਿਕਸ ਵੱਲ, ਤੇ ਉਹ ਕੀ ਕਰੇਗਾ ਉਸ 'ਚ, ਜਿਹਦੀ ਬੰਦੇ ਦੀ ਕੋਈ ਫੀਲਡ ਹੀ ਨਹੀਂ ਹੈ। ਉਹ ਬੰਦਾ ਦੂਜੀ ਫੀਲਡ ਜਾ ਕੇ ਕੀ ਕਰੇਗਾ? ਪੈਸੇ ਨਾਲ ਸਭ ਕੁਝ ਨਹੀਂ ਕੀਤਾ ਜਾ ਸਕਦਾ। ਹੁਣ ਮੇਰੇ ਕੋਲ 3 ਕਰੋੜ ਰੁਪਏ ਲਾ ਕੇ ਮੈਨੂੰ ਲਾ ਦਿਓ ਤੁਸੀਂ IPL 'ਚ, ਮੈਂ ਧੋਨੀ ਨਹੀਂ ਬਣ ਸਕਦਾ ਨਾ। ਮੈਂ ਆਊਟ ਹੋ ਕੇ ਆ ਜਾਣਾ, ਗਾਲਾਂ ਜੂਤ ਪੈਣਗੀਆਂ ਮੈਨੂੰ। ਕ੍ਰਿਕਟ ਪਿੱਛੇ ਪਾਗਲ ਹੈ ਇੱਥੇ ਦੁਨੀਆ। ਤੁਸੀਂ ਆਪ ਦੱਸੋ, ਕ੍ਰਿਕਟ ਦੇਖਦੇ ਹੋ, ਤੇ ਸਿਫਾਰਿਸ਼ ਨਾਲ ਕੰਮ ਨਹੀਂ ਚੱਲਦਾ ਇਸ ਕੰਟਰੀ 'ਚ, ਤੇ ਉਹੀ ਗੱਲ ਹੈ। ਸੋ ਨੌਜਵਾਨ ਦੀਆਂ ਗੱਲਾਂ ਸੀ ਕਿ ਕਿਹਾ ਜਾਂਦਾ ਕਿ ਜੇਕਰ ਨੌਜਵਾਨੀ ਨੂੰ ਖੇਡਾਂ ਵੱਲ ਲਾਇਆ ਜਾਵੇ, ਨੌਜਵਾਨੀ ਨੂੰ ਫੰਡ ਦਿੱਤੇ ਜਾਣ ਖੇਡਾਂ ਦੇ ਲਈ, ਤਾਂ ਉਹ ਨੌਜਵਾਨੀ ਅੱਜ ਕੁਛ ਆਪਦੇ ਮੁਕਾਮ ਹਾਸਲ ਕਰ ਸਕਦੀ ਹੈ। ਸੋ ਇਹ ਤਸਵੀਰਾਂ ਨੇ, ਤੁਹਾਨੂੰ ਮਟਕਾ ਚੌਂਕ ਦੀਆਂ ਤਸਵੀਰਾਂ ਦਿਖਾ ਰਹੇ ਹਾਂ। ਪਹਿਲਾਂ ਅੰਬਾਲੇ ਦੇ ਵਿੱਚ ਵਿਰੋਧ ਹੋਇਆ, ਹੁਣ ਮਟਕਾ ਚੌਂਕ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਬਜ਼ੁਰਗ ਬੈਠੇ ਸੀ ਜਿਹੜੇ, ਉਹਨਾਂ ਦਾ ਧਰਨਾ ਸੀ ਜਿਹੜਾ ਉਹ ਚੁਕਾਉਣ ਦੀ ਕੋਸ਼ਿਸ਼ ਕਰੀ ਗਈ। ਪਰ ਇੱਥੇ ਕਿਸਾਨ ਨੇ ਜਿਹੜੇ, ਕਿਸਾਨਾਂ ਦੇ ਹਿਤੈਸ਼ੀ ਨੇ, ਨੌਜਵਾਨ ਨੇ, ਵੱਡੀ ਗਿਣਤੀ ਦੇ ਵਿੱਚ। ਅੱਜ ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਥੇ ਨੌਜਵਾਨੀ ਪਹੁੰਚੀ ਹੋਈ ਹੈਗੀ। ਅੱਜ ਇੱਥੇ ਵੱਡੀ ਗਿਣਤੀ ਦੇ ਵਿੱਚ ਨੌਜਵਾਨੀ ਪਹੁੰਚੀ ਹੋਈ ਆ। ਸੋ ਇਹ ਤਸਵੀਰਾਂ ਸੀ ਜਿਹੜੀਆਂ ਕਿ ਤੁਹਾਨੂੰ ਮਟਕਾ ਚੌਂਕ ਦੀਆਂ ਦਿਖਾਈਆਂ ਨੇ। ਇਸੇ ਤਰ੍ਹਾਂ ਹੀ ਪਹਿਲਾਂ ਅਸੀਂ ਤੁਹਾਨੂੰ ਅੰਬਾਲੇ ਦੀਆਂ ਤਸਵੀਰਾਂ ਦਿਖਾ ਰਹੇ ਸੀ। ਅੰਬਾਲੇ ਦੇ ਵਿੱਚ ਅੱਜ ਹਰਿਆਣੇ ਦੇ ਜਿਹੜੇ ਸਿੱਖਿਆ ਮੰਤਰੀ ਸੀ, ਉਹਨਾਂ ਦਾ ਘਿਰਾਓ ਕਰਿਆ ਗਿਆ, ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ। ਉੱਥੇ ਪੰਚਾਇਤ ਭਵਨ ਦੇ ਵਿੱਚ ਉਹਨਾਂ ਦੀ ਮੀਟਿੰਗ ਰੱਖੀ ਹੋਈ ਸੀਗੀ ਅੰਬਾਲੇ ਦੇ ਵਿੱਚ, ਉੱਥੇ ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ। ਪਰ ਜਦੋਂ ਹੀ ਅਸੀਂ ਚੰਡੀਗੜ੍ਹ ਦੇ ਵਿੱਚ ਐਂਟਰ ਹੋਏ ਤਾਂ 17 ਸੈਕਟਰ ਦੇ ਵਿੱਚ ਮਟਕਾ ਚੌਂਕ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਇੱਕ ਬਾਬਾ ਜੀ ਬੈਠੇ ਹੁੰਦੇ ਸੀ ਮਟਕਾ ਚੌਂਕ 'ਚ, ਉਹਨਾਂ ਦੀ ਜਿਹੜੀ ਝੁੱਗੀ ਸੀ, ਜਿਹੜਾ ਤੰਬੂ ਸੀ, ਉਸ ਨੂੰ ਉਖਾੜ ਦਿੱਤਾ ਗਿਆ। ਇਹ ਉਹੀ ਜਗ੍ਹਾ ਹੈਗੀ ਜਿਸ ਜਗ੍ਹਾ ਤੇ ਮੈਂ ਖੜਾ ਹਾਂ, ਜਿੱਥੇ ਬਾਬਾ ਜੀ ਦਾ ਤੰਬੂ ਲੱਗਿਆ ਹੁੰਦਾ ਸੀ। ਇੱਥੇ ਬਾਈ ਜੱਸ ਬਾਜਵਾ ਆਏ ਹੋਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਿਨ੍ਹਾਂ ਨੇ ਆਪਦਾ ਇੱਕ ਜ਼ਿੰਦਗੀ ਦਾ ਅਹਿਮ ਹਿੱਸਾ, ਕਰੈਕਟਰ ਆ ਜਿਹੜਾ ਕਿ ਕਿਸਾਨੀ ਦੇ ਲੇਖੇ ਲਾ ਦਿੱਤਾ। ਗੱਲਬਾਤ ਕਰਦੇ ਹਾਂ ਜੱਸ ਬਾਜਵਾ ਦੇ ਨਾਲ। ਬਾਈ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰਬਾਨੀ ਬਾਈ, ਇੱਕ ਹਿੱਸਾ ਆਪਣਾ ਤੁਸੀਂ ਜ਼ਿੰਦਗੀ ਦਾ ਕਿਸਾਨੀ ਸੰਘਰਸ਼ ਦੇ ਲੇਖੇ ਲਾਤਾ, ਕਿਵੇਂ ਦਾ ਲੱਗਦਾ ਅੱਜ ਜਿਹੜਾ ਮਟਕਾ ਚੌਂਕ ਤੇ ਆਏ? ਮੈਂ ਆਪਦੇ ਆਪ ਨੂੰ ਸੁਭਾਗਿਆ ਸਮਝਦਾ, ਕਰਮ ਵਾਲਾ ਮੰਨਦਾ ਜੀ ਮੈਂ, ਕਿ ਇਸ ਸੰਘਰਸ਼ ਦਾ ਮੈਂ ਹਿੱਸਾ ਬਣਿਆ। ਅਸੀਂ ਕਿੱਸੇ ਤਾਂ ਬਹੁਤ ਸੁਣੇ ਆ, ਚਾਹੇ ਉਹ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਉਹਨਾਂ ਦੇ ਹੋ ਜਾਣ, ਚਾਹੇ ਉਹ ਸਾਡੇ ਸਿੱਖਾਂ ਦੇ ਜਿਹੜੇ ਜਰਨੈਲ ਯੋਧੇ ਹੋਏ ਆ ਉਹਨਾਂ ਦੀ ਗੱਲ ਲਾ ਲਈਏ। ਜਦੋਂ ਵੀ ਪੰਜਾਬ ਨੇ ਚਾਚਾ ਅਜੀਤ ਸਿੰਘ, ਜਿਨ੍ਹਾਂ ਨੇ ਕਿਸਾਨੀ ਦੇ ਲਈ ਬਹੁਤ ਲੰਬਾ ਸੰਘਰਸ਼ ਲੜਿਆ, ਅੱਜ ਜੇ ਇਹ ਹੰਡਾਉਣਾ ਸਾਡੇ ਹਿੱਸੇ ਆਇਆ ਤਾਂ ਵੱਡੀ ਖੁਸ਼ਕਿਸਮਤੀ ਦੀ ਗੱਲ ਇਹ ਆ ਕਿ ਸਾਡੀਆਂ ਜਿਹੜੀਆਂ ਜੜ੍ਹਾਂ ਨੇ, ਕਲਾਕਾਰ ਬਾਅਦ ਚੋਂ ਆ, ਪਹਿਲਾਂ ਅਸੀਂ ਵੀ ਕਿਸਾਨਾਂ ਦੇ ਪੁੱਤ ਹਾਂ, ਕਿਸਾਨੀ ਚੋਂ ਹੀ ਨਿਕਲ ਕੇ ਅੱਗੇ ਆਏ ਆ। ਜੇ ਕਿਸਾਨੀ ਲਈ ਅੱਜ ਖੜਨ ਦਾ ਮੌਕਾ ਮਿਲਿਆ ਦੁੱਖ 'ਚ, ਇਹ ਕੋਈ ਸਾਡੇ ਲਈ ਖੁਸ਼ੀ ਦੀ ਗੱਲ ਨਹੀਂ, ਦੁੱਖ 'ਚ ਜੇ ਸਾਨੂੰ ਅੱਜ ਖੜਨ ਦਾ ਮੌਕਾ ਮਿਲਿਆ ਤਾਂ ਅਸੀਂ ਆਪਦੇ ਆਪ ਨੂੰ ਇੱਕ ਚੰਗੀ ਕਿਸਮਤ ਵਾਲੇ ਸਮਝਦੇ ਹਾਂ। ਤੇ ਸਾਡੇ ਗੁਰੂਆਂ ਨੇ ਵੀ ਇਹ ਗੱਲ ਕਿਹਾ ਕਿ ਜਿੱਥੇ ਵੀ ਜ਼ੁਲਮ ਹੋ ਰਿਹਾ ਉਹਦੇ ਖਿਲਾਫ ਡਟ ਕੇ ਖੜਨਾ ਚਾਹੀਦਾ, ਤੇ ਅਸੀਂ ਅੱਜ ਉਹਨਾਂ ਬੋਲਾਂ ਦੇ ਸਦਕਾ ਅੱਜ ਕਿਸਾਨੀ ਸੰਘਰਸ਼ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਾਂ ਜੀ। ਬਈ ਜੇ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਬੜੇ ਉਤਰਾਅ ਚੜ੍ਹਾਅ ਆਏ ਨੇ। ਅੱਜ ਫੇਰ ਕਿਸਾਨੀ ਅੰਦੋਲਨ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਹੈਗਾ, ਕਿਵੇਂ ਦਾ ਦੇਖੋ, ਜਦੋਂ ਇਦਾਂ ਦੀ ਕਾਬਲੀਅਤ ਵਾਲੇ ਸਿੰਘ, ਇਦਾਂ ਦੇ ਮੈਂ ਕਹਿੰਦਾ ਵੀ ਦ੍ਰਿੜ ਇਰਾਦਿਆਂ ਵਾਲੇ ਸਿੰਘ 85 ਸਾਲ ਦੀ ਉਮਰ 'ਚ ਸਾਡੇ ਮੋਢੇ ਨਾਲ ਮੋਢਾ ਲਾ ਕੇ ਖੜੇ ਆ, ਤਾਂ ਸਾਡੇ ਲਈ ਤਾਂ ਆਪਣੇ ਆਪ 'ਚ ਇਹ ਬਹੁਤ ਵੱਡੀ ਗੱਲ ਹੈ। ਉੱਤੋਂ ਸੰਪੂਰਨ ਸਿੱਖ, ਗੁਰੂ ਦੇ ਸਿੱਖ, ਗੁਰੂ ਦੀਆਂ ਲਾਡਲੀਆਂ ਫੌਜਾਂ, ਚਾਹੇ ਇੱਥੇ ਲਾ ਲਓ, ਚਾਹੇ ਦਿੱਲੀ ਦੇ ਬਾਰਡਰਾਂ ਤੇ ਲਾ ਲਓ, ਉੱਥੇ ਵੀ ਸਭ ਤੋਂ ਪਹਿਲਾਂ ਜਿਹੜੀ ਫੌਜ ਬੈਠੀ ਹੈ ਉਹ ਵੀ ਗੁਰੂ ਦੀ ਲਾਡਲੀ ਫੌਜ ਬੈਠੀ ਹੈ। ਜੇ ਇਹ ਲੋਕ ਅੱਜ ਦੀ ਆਹ ਉਮਰ 'ਚ ਆ ਕੇ ਸੰਘਰਸ਼ ਵਿੱਢ ਸਕਦੇ ਆ ਤਾਂ ਅਸੀਂ ਤਾਂ ਨੌਜਵਾਨ ਆ, ਸਾਨੂੰ ਇੱਕ ਊਰਜਾ ਮਿਲਦੀ ਆ ਅੰਦਰੋਂ, એનર્ਜੀ ਮਿਲਦੀ ਆ ਪੋਜ਼ਿਟਿਵ, ਕਿ ਅਸੀਂ ਇਹਨਾਂ ਬਿੱਲਾਂ ਦਾ ਵਿਰੋਧ ਕਰਨਾ ਤੇ ਇਹਨਾਂ ਨੂੰ ਰੱਦ ਕਰਾਉਣਾ ਹੈ। ਜਿਹੜੇ ਸਾਡੇ ਬਜ਼ੁਰਗ 550 ਤੋਂ ਉੱਤੇ ਸ਼ਹਾਦਤਾਂ ਉੱਥੇ ਹੋ ਗਈਆਂ, ਕਿਤੇ ਨਾ ਕਿਤੇ ਉਹ ਜਜ਼ਬਾ ਦਿੰਦੀਆਂ ਨੇ ਸਾਨੂੰ ਕਿ ਐਡੀ ਕੁਰਬਾਨੀ ਜੇ ਕਿਸਾਨੀ ਸੰਘਰਸ਼ ਲਈ ਸਾਡੇ ਭਰਾਵਾਂ ਨੇ ਦਿੱਤੀ ਹੈ ਤਾਂ ਉਹ ਸਾਡੇ ਆਪਣੇ ਨੇ। ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਪੰਜਾਬ ਦਾ ਹਰ ਇੱਕ ਨੌਜਵਾਨ ਆ ਜਿਹੜਾ ਇਸ ਸੰਘਰਸ਼ ਦੇ ਨਾਲ ਡਟ ਕੇ ਖੜਾ ਹੈ।
ਬਈ ਜੇ ਗੱਲ ਕਰੀਏ ਤਾਂ ਪੰਜਾਬ ਦੇ ਉੱਪਰ ਹੀ ਅਕਸਰ ਹਮਲੇ ਹੁੰਦੇ ਨੇ। 1947 ਦੇ ਵਿੱਚ ਵੀ ਪੰਜਾਬ ਵੰਡਿਆ ਗਿਆ, 1984 ਦੇ ਵਿੱਚ ਵੀ ਪੰਜਾਬ ਦੇ ਉੱਪਰ ਹਮਲਾ ਹੋਇਆ, ਫਿਰ 66 ਦੀ ਗੱਲ ਕਰੀਏ ਤਾਂ 66 'ਚ ਵੀ ਪੰਜਾਬ ਵੰਡਿਆ ਗਿਆ। ਅੱਜ ਜੇ ਗੱਲ ਕਰੀਏ ਤਾਂ ਅੱਜ ਫੇਰ ਪੰਜਾਬ ਤੋਂ ਸੰਘਰਸ਼ ਚੱਲੇਗਾ। ਕਿਵੇਂ ਦੇਖਦੇ ਹੋ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ, ਅਕਸਰ ਪੰਜਾਬ ਨੂੰ ਹੀ ਕਿਉਂ ਟਾਰਗੇਟ ਕਰਿਆ ਜਾਂਦਾ? ਦੇਖੋ ਜਿਹੜੀ ਘੇਰਾਬੰਦੀ ਹੁੰਦੀ ਆ ਨਾ, ਉਹ ਸ਼ੇਰਾਂ ਦੀ ਹੁੰਦੀ ਆ, ਉਹ ਕਿਸੇ ਲੂੰਬੜ ਦੀ ਜਾਂ ਕਿਸੇ ਕੁੱਤੇ ਬਿੱਲੇ ਦੀ ਨਹੀਂ ਹੁੰਦੀ। ਜੰਗਲ ਦਾ ਰਾਜਾ ਜਿਹੜਾ ਹੁੰਦਾ ਉਹ ਸ਼ੇਰ ਹੁੰਦਾ, ਉਹਦਾ ਇੱਕ ਭੈ ਹੁੰਦਾ। ਪੰਜਾਬ ਦੀ ਜਿਹੜੀ ਧਰਤੀ ਆ ਨਾ, ਉਹ 10 ਗੁਰੂਆਂ ਦੇ ਨਾਂ ਤੇ, ਉਹਦਿਆਂ ਪੀਰਾਂ ਪੈਗੰਬਰਾਂ ਦੀ ਐਸੀ ਧਰਤੀ ਆ ਕਿ ਕਹਾਵਤ ਇੱਕ ਕਹੀ ਜਾਂਦੀ ਸੀ ਕਿ ਜੇ ਬੰਦਾ ਵੀ ਇਸ ਧਰਤੀ ਦੇ ਵਿੱਚ ਅਸੀਂ ਗੜ ਦਈਏ ਤਾਂ ਬੰਦਿਆਂ ਦੀ ਵੀ ਖੇਤੀ ਹੋ ਸਕਦੀ ਆ। ਐਡਾ ਇਹ ਉਪਜਾਊ ਸਾਡੇ ਕੋਲ ਸਰਜ਼ਮੀਨ ਹੈ ਪੰਜਾਬ ਦੀ, ਐਡਾ ਇਤਿਹਾਸ ਹੈ ਪੰਜਾਬ ਦਾ। ਪੂਰੀ ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਪੰਜਾਬ ਦੀ ਆ ਤੇ ਖੁਸ਼ਹਾਲ ਧਰਤੀ ਪੰਜਾਬ ਦੀ ਆ। ਹਰ ਇੱਕ ਤਰ੍ਹਾਂ ਦੀ ਇੱਥੇ ਰੁੱਤ ਹੈ। ਤਾਂ ਓਬਵੀਅਸਲੀ ਗੱਲ ਆ, ਜੇ ਐਡੀ ਧਰਤੀ ਐਡਾ ਇਤਿਹਾਸ ਆ ਤਾਂ ਲੋਕ ਵੀ ਉਸੇ ਭਾਵਨਾ ਨਾਲ ਯੋਧੇ ਸੂਰਬੀਰ ਹੀ ਹੈ। ਇੱਥੇ ਲੋਕ ਉਸ ਸ਼ਾਰਪ ਮਾਈਂਡਡ ਹੈ। ਜਿਵੇਂ ਯਹੂਦੀਆਂ ਦਾ ਇੱਕ ਆਪਦੇ ਆਪ 'ਚ ਬਹੁਤ ਵੱਡਾ ਇਤਿਹਾਸ ਹੈ, ਤਾਂ ਸਾਡੇ ਕੋਲ ਬਾਬਾ ਦੀਪ ਸਿੰਘ, ਮਹਾਰਾਜਾ ਰਣਜੀਤ ਸਿੰਘ, ਸਾਡੇ 10 ਗੁਰੂਆਂ ਦਾ ਇੱਕ ਬਹੁਤ ਵੱਡਾ ਇਤਿਹਾਸ ਹੈ, ਜਿਨ੍ਹਾਂ ਦੀ ਪ੍ਰੇਰਨਾ ਲੈ ਕੇ ਅਸੀਂ ਜ਼ਿੰਦਗੀ 'ਚ ਪੂਰੀ ਦੁਨੀਆ ਨੂੰ ਫਤਿਹ ਕਰ ਸਕਦੇ ਹਾਂ। ਤਾਂ ਕਿਤੇ ਨਾ ਕਿਤੇ ਜਿਹੜੀਆਂ ਬਾਹਰੀ ਤਾਕਤਾਂ ਨੇ ਜਾਂ ਰਾਜਨੀਤਿਕ ਤਾਕਤਾਂ ਨੇ, ਉਹਨਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਪੰਜਾਬੀ ਭਾਈਚਾਰੇ ਨੂੰ ਗੱਲ ਸਮਝ 'ਚ ਆ ਗਈ ਤਾਂ ਇਹਨਾਂ ਦਾ ਉਹ ਦਿਨ ਦੂਰ ਨਹੀਂ ਜਦੋਂ ਪੂਰੇ ਭਾਰਤ ਛੱਡੋ ਪੂਰੀ ਦੁਨੀਆ ਤੇ ਹਕੂਮਤ ਹੋਊਗੀ। ਤਾਂ ਕਰਕੇ ਟਾਈਮ ਤੇ ਏਜੰਸੀਆਂ ਦੇ ਥਰੂ ਲਾ ਲਓ, ਕਦੇ ਚੱਟੇ ਵਾਲਾ ਕਹਿ ਕੇ ਪੰਜਾਬ ਨੂੰ ਭੰਡਿਆ ਜਾਂਦਾ ਹੈ, ਕਦੇ ਕਿਹਾ ਜਾਂਦਾ ਕਿ ਗਾਉਣੇ ਵਾਲਿਆਂ ਨੇ ਪੰਜਾਬ ਪੱਟਤਾ। ਇਸ ਕਿਸਾਨੀ ਸੰਘਰਸ਼ ਨੇ ਇੰਨੇ ਕੁ ਜਵਾਬ ਲੋਕਾਂ ਨੂੰ ਦਿੱਤੇ ਆ, ਹਰ ਇੱਕ ਮੂੰਹ ਤੇ ਜਿੰਦਾ ਲਾਇਆ। ਅੱਜ ਹਰ ਇੱਕ ਵਰਗ ਜਿਹਨੂੰ ਭੰਡਿਆ ਗਿਆ ਸੀ, ਉਹ ਸਭ ਤੋਂ ਪਹਿਲੀਆਂ ਕਤਾਰਾਂ 'ਚ ਆ ਕੇ ਕਿਸਾਨੀ ਸੰਘਰਸ਼ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ। ਗੌਰਮੈਂਟ ਜਾਂ ਜਿਹੜੀਆਂ ਸੱਤਾ ਧਿਰ 'ਚ ਤਾਕਤਾਂ ਨੇ, ਉਹ ਨਹੀਂ ਚਾਹੁੰਦੀਆਂ ਕਿ ਪੰਜਾਬ ਦੇ ਲੋਕ ਨੇ ਆਪਦੇ ਹੱਕਾਂ ਲਈ ਅੱਗੇ ਆਉਣ, ਪਾਵਰ ਦੇ ਵਿੱਚ ਆਉਣ। ਜੇ ਪੰਜਾਬੀ ਪਾਵਰ ਦੇ ਵਿੱਚ ਆ ਜਾਂਦੇ ਨੇ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੈ, ਜਿੱਥੇ ਥੋੜੇ % ਸਿੱਖ ਸੀ, ਬਾਕੀ ਹੋਰ ਧਰਮਾਂ ਦੇ ਹੋਰ ਭਾਈਚਾਰੇ ਦੇ ਲੋਕ ਸੀ, ਤਾਂ ਖੁਸ਼ਹਾਲ ਰਾਜ ਅੱਜ ਤੱਕ ਦਾ ਖਾਲਸਾ ਰਾਜ ਮੰਨਿਆ ਜਾਂਦਾ ਹੈ। ਤਾਂ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਡਰ ਹੈ ਕਿ ਜੇ ਪੰਜਾਬੀਆਂ ਦੇ ਹੱਥ ਸਿਸਟਮ ਆ ਗਿਆ ਤਾਂ ਸਾਡਾ ਜਿਹੜਾ ਬਿਸਤਰਾ ਹੈ ਉਹ ਗੋਲ ਹੋ ਸਕਦਾ ਹੈ। ਬਈ ਤੁਸੀਂ ਕਿਹਾ ਵੀ ਖਾਲਸਾ ਰਾਜ ਨੂੰ ਇੱਕ ਖੁਸ਼ਹਾਲ ਰਾਜ ਮੰਨਿਆ ਗਿਆ ਹੈਗਾ, ਪਰ ਅੱਜ ਦਾ ਰਾਜ ਕਿਹੋ ਜਿਹਾ ਦੇਖਦੇ ਹੋ? ਅੱਜ ਤਾਂ ਅਧਿਆਪਕ ਵੀ ਸੜਕਾਂ 'ਤੇ ਬੈਠੇ ਨੇ, ਕਿਸਾਨ ਵੀ ਸੜਕਾਂ 'ਤੇ ਬੈਠੇ ਨੇ, ਤੇ ਜੇ ਸਟੂਡੈਂਟਾਂ ਦੀ ਗੱਲ ਕਰੀ ਤਾਂ ਸਕੂਲ ਕਾਲਜ ਪਿਛਲੇ 2 ਸਾਲਾਂ ਤੋਂ ਬੰਦ ਰੱਖੇ ਪਏ ਨੇ। ਕਿਵੇਂ ਦਾ ਦੇਖਦੇ ਹੋ ਅੱਜ? ਕੰਪੈਰੀਜ਼ਨ ਹੀ ਨਹੀਂ ਕੋਈ ਬਣਦਾ ਹੈਗਾ ਆਪਾਂ ਇਸ ਗਵਰਨਮੈਂਟ ਨਾਲ। ਤਾਂ ਉਹ ਤਾਂ ਇੱਕ ਮੈਂ ਕਹਿੰਦਾ ਬਹੁਤ ਵੱਡੀ ਇੱਕ ਨਾ ਸਮਝੀ ਵਾਲੀ ਗੱਲ ਹੋਊਗੀ ਜੇ ਖਾਲਸਾ ਰਾਜ ਨਾਲ ਇਸ ਰਾਜ ਨੂੰ ਕੰਪੈਰੀਜ਼ਨ ਆਪਾਂ ਕਰਦੇ ਹਾਂ। ਤਾਂ ਸਾਡੇ ਲਈ ਤਾਂ ਬੋਲਣਾ ਵੀ ਇਹ ਪਾਪ ਹੈ। ਇਹ ਤਾਂ ਬਕਾਊ ਸਰਕਾਰਾਂ ਨੇ, ਇੱਕ ਪੈਸੇ ਦੀ ਭੁੱਖ 'ਚ ਸੱਤਾ 'ਚ ਆਏ ਹੋਏ ਲੋਕ ਨੇ। ਇਹਨਾਂ ਦਾ ਤਾਂ ਕੋਈ ਮੋਟਿਵ ਨਹੀਂ। ਸਰਕਾਰਾਂ ਕਾਹਦੇ ਵਾਸਤੇ ਬਣਦੀਆਂ ਨੇ? ਡਿਵੈਲਪਮੈਂਟ ਵਾਸਤੇ, ਕਿ ਸਾਡੇ ਲੋਕ ਨੇ ਜਿਹੜੇ ਉਹ ਖੁਸ਼ ਰਹਿਣ। ਕਾਨੂੰਨ ਕਾਹਦੇ ਵਾਸਤੇ ਬਣਦੇ ਆ? ਕਿਸਾਨਾਂ ਦੀ ਭਲਾਈ ਵਾਸਤੇ। ਕਿਸੇ ਕਿਸਾਨ ਨੂੰ ਪੁੱਛਿਆ ਕਿ ਭਾਈ ਤੈਨੂੰ ਲੋੜ ਕੀ ਹੈ? ਜੇ ਤਾਂ ਪਿੰਡਾਂ ਦੀਆਂ ਸੁਸਾਇਟੀਆਂ 'ਚ ਲਿਆ ਕੇ ਟਰੈਕਟਰ ਖਿਲਾਉਂਦੇ, ਕਿਉਂਕਿ ਹਰ ਇੱਕ ਜ਼ਿਮੀਂਦਾਰ ਕੋਲੇ ਟਰੈਕਟਰ ਨਹੀਂ ਹੈਗਾ, ਰੂਟਾਵੀਟਰ ਨਹੀਂ ਹੈਗੇ, ਫਿਰ ਤਾਂ ਸਾਡੇ ਗੱਲ ਸਮਝ 'ਚ ਆਉਂਦੀ। ਸਬਸਿਡੀਆਂ ਦਿੰਦੇ ਸਾਨੂੰ ਫਸਲਾਂ ਤੇ, ਸਾਡੀਆਂ ਫਸਲਾਂ ਦੀ MSP ਲਾਗੂ ਕਰਦੇ, ਫਿਰ ਤਾਂ ਅਸੀਂ ਮੰਨਦੇ ਕਿ ਗਵਰਨਮੈਂਟ ਦੇ ਪੱਖ 'ਚ। ਇਹ ਤਾਂ ਇੱਕ ਅਦਾਰੇ ਨੇ ਜਿਹੜੇ ਵੱਡੇ ਵੱਡੇ, ਜਿੱਥੋਂ ਫੰਡਿੰਗ ਹੁੰਦੀ ਹੈ, ਪੈਸੇ ਦੀ ਗੇਮ ਹੈ ਕਿ ਕਿਵੇਂ ਅਮੀਰ ਨੂੰ ਹੋਰ ਅਮੀਰ ਕਰਨਾ ਹੈ, ਕਿਵੇਂ ਗਰੀਬ ਨੂੰ ਹੋਰ ਗਰੀਬ ਕਰਨਾ ਹੈ। ਜਿਹੜਾ ਮਿਡਲਮੈਨ ਹੈ, ਡੈਮੋਕ੍ਰੇਸੀ ਦੀ ਖੂਬਸੂਰਤੀ ਜਿਹਨੂੰ ਕਿਹਾ ਜਾਂਦਾ ਹੈ, ਉਹਨੂੰ ਖਤਮ ਕਰਨ ਦਾ ਇੱਕ ਖਰੜਾ ਤਿਆਰ ਕੀਤਾ ਗਿਆ। ਸੋ ਇਹਦਾ ਵਿਰੋਧ ਇੱਕ ਨਾ ਇੱਕ ਦਿਨ ਹੋਣਾ ਹੀ ਸੀ। ਇਹ ਸਾਡੇ ਹਿੱਸੇ ਆਇਆ ਕਿ ਪੰਜਾਬ ਦੀ ਧਰਤੀ ਤੋਂ ਹੋ ਗਿਆ, ਕਿਉਂਕਿ ਪਹਿਲਾਂ ਤੋਂ ਸਾਡਾ ਇਤਿਹਾਸ ਰਿਹਾ, ਬਗਾਵਤੀ ਰਿਹਾ, ਸੰਘਰਸ਼ੀ ਰਿਹਾ। ਪੰਜਾਬ ਦੇ ਲੋਕਾਂ ਨੇ ਵਿਰੋਧ ਕੀਤਾ ਤਾਂ ਅੱਜ ਡਟ ਕੇ ਸਾਰਾ ਪੰਜਾਬ ਕੀ ਭਾਰਤ ਕੀ ਪੰਜਾਬ ਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਸਮਰਥਨ ਦੇ ਵਿੱਚ। ਬਈ ਜੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਵੱਖੋ ਵੱਖਰੀਆਂ ਲਹਿਰਾਂ ਖੜੀਆਂ ਹੁੰਦੀਆਂ ਨੇ। ਪਿਛਲੇ ਸਾਲਾਂ ਦੇ ਵਿੱਚ ਇੱਕ ਲਹਿਰ ਉੱਭਰ ਕੇ ਸਾਹਮਣੇ ਆਈ, ਖੱਟੀਆਂ ਪੱਗਾਂ ਬੰਨ੍ਹੀਆਂ ਉਹਨਾਂ ਨੇ ਭਗਤ ਸਿੰਘ ਵਾਲੀਆਂ। ਉਹਨਾਂ ਨੇ ਵੀ ਬੜੇ ਜਜ਼ਬਾਤਾਂ ਨਾਲ ਖੇਡ ਗਏ ਨੌਜਵਾਨੀ ਦੇ ਨਾਲ। ਤੁਸੀਂ ਵੀ ਸ਼ਾਇਦ ਉਹਨਾਂ ਦੀ ਕਿਤੇ ਨਾ ਕਿਤੇ ਜਾ ਕੇ ਹਮਾਇਤ ਕਰੀ ਹੋਣੀ ਹੈਗੀ। ਅੱਜ ਕਿਵੇਂ ਲੱਗਦਾ ਗਾ ਉਹਦੇ ਵਿੱਚ ਵੀ ਉਹੀ ਲੀਡਰ ਬਾਅਦ ਦੇ ਵਿੱਚੋਂ ਕਿਉਂ ਬਣ ਜਾਂਦੇ ਨੇ ਇੱਦਾਂ ਦੇ ਵੀ? ਪਹਿਲਾਂ ਉਹ ਲੋਕ ਹਤੈਸ਼ੀ ਹੁੰਦੇ ਨੇ, ਫਿਰ ਜਾ ਕੇ ਉਹ ਉਹਨਾਂ ਏਜੰਸੀਆਂ ਦੇ ਬੰਦੇ ਬਣ ਜਾਂਦੇ ਨੇ। ਦੇਖੋ ਸਾਡੇ ਲੋਕ ਨਾ ਬਾਈ ਜੀ ਭੋਲੇ ਨੇ। ਇੱਕ ਨਾ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਵੱਡੇ ਆ, ਕਿਸਾਨਾਂ ਦੇ ਬਹੁਤ ਵੱਡੇ ਵੱਡੇ ਦਿਲ ਆ। ਸਾਨੂੰ ਲੱਗਦਾ ਕਿ ਕੋਈ ਬੰਦਾ ਸਾਡੇ ਧਰਮ ਦੀ ਗੱਲ, ਪੰਜਾਬ 'ਚ ਐਂਟਰ ਹੋਣ ਲਈ ਇੱਕ ਸੌਖਾ ਜਿਹਾ ਫੰਡਾ ਹੈ ਕਿ ਆ ਕੇ ਸਾਡੇ ਧਰਮ ਦੀ ਗੱਲ ਕਰ ਦਿਓ। ਸਾਡੇ ਜਿਹੜੇ ਉਹ ਮੁੱਦੇ ਨੇ, ਜਿਹੜੇ ਬਹੁਤ ਸੈਂਸਿਟਿਵ ਮੁੱਦੇ ਨੇ, ਜਿਹੜਾ ਉਹਨਾਂ ਦੀ ਗੱਲ ਕਰ ਦਿਓ ਤਾਂ ਸਾਨੂੰ ਲੱਗਣ ਲੱਗ ਜਾਂਦਾ ਕਿ ਇਹ ਸਾਡਾ ਰੋਲ ਮਾਡਲ ਹੈ। ਅਸੀਂ ਬੰਦੇ ਦੀ ਪੜਚੋਲ ਨਹੀਂ ਕਦੇ ਵੀ ਕਰਦੇ ਕਿ ਇਹਦਾ ਬੈਕਗਰਾਉਂਡ ਕੀ ਹੈ, ਕਿੱਥੋਂ ਆਇਆ, ਪਹਿਲਾਂ ਕੀ ਕਰਦਾ ਸੀ, ਅੱਗੇ ਕੀ ਕਰੂਗਾ। ਸੋ ਲੋਕ ਜਜ਼ਬਾਤੀ ਨੇ, ਇੱਕਦਮ ਜਜ਼ਬਾਤਾਂ ਦੇ ਵਹਿਣ 'ਚ ਬਹਿ ਕੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਸਾਡਾ ਆਪਦਾ ਹੀ ਹੈ। ਤਾਂ ਕਰਕੇ ਇੱਥੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਸਰਕਾਰਾਂ ਨੂੰ ਵੀ ਬਣਾਉਣ ਵਾਲੇ ਅਸੀਂ ਹੀ ਹੁੰਨੇ ਆ। ਸੋ ਪਹਿਲਾਂ ਟੱਲੀ ਵਾਂਗੂ ਟਣਕਾ ਕੇ, ਠੋਕ ਵਜਾ ਕੇ
ਦੇਖਣਾ ਚਾਹੀਦਾ ਕਿ ਬੰਦੇ ਦੇ ਕਿੰਨੇ ਕੁ ਪੈਰ ਨੇ, ਕਿੰਨਾ ਕੁ ਹਲਕੇ 'ਚ ਵਿਚਰਦਾ, ਕਿੰਨਾ ਕੁ ਲੋਕਾਂ ਦੇ ਨਾਲ ਖੜਦਾ, ਕਿੰਨੇ ਕੁ ਮੁੱਦੇ ਅੱਗੇ ਲੈ ਕੇ ਜਾਂਦਾ। ਕਿਤੇ ਨਾ ਕਿਤੇ ਸਾਡੇ ਲੋਕਾਂ ਦੀ ਵੀ ਇਹ ਪ੍ਰੋਬਲਮ ਰਹੀ ਆ ਕਿ ਅਸੀਂ ਆਪਣੇ ਮੁੱਦਿਆਂ ਤੋਂ ਭਟਕ ਗਏ। ਡਿਵੈਲਪਮੈਂਟ ਦੀ ਗੱਲ ਅਸੀਂ ਘੱਟ ਕਰਦੇ ਹਾਂ, ਅਸਲੇ ਤੇ ਲਾਇਸੈਂਸਾਂ ਦੀ ਗੱਲ ਵੱਧ ਕਰਦੇ ਹਾਂ। ਸਾਨੂੰ ਇਹ ਹੁੰਦਾ ਕਿ ਲੀਡਰ ਪਿੰਡ 'ਚ ਆਵੇ ਨਾ ਆਵੇ, ਡਿਵੈਲਪਮੈਂਟ ਕਰੇ ਨਾ ਕਰੇ, ਪਰ ਸਾਡੇ ਵਿਆਹ ਤੇ ਜਾਂ ਸਾਡੇ ਭੋਗ ਤੇ ਜ਼ਰੂਰ ਆਵੇ। ਜਦੋਂ ਤੱਕ ਅਸੀਂ ਇਹਨਾਂ ਚੀਜ਼ਾਂ 'ਚੋਂ ਨਹੀਂ, ਕਿਉਂਕਿ ਇਹਦੇ ਲਈ ਲੀਡਰ ਜ਼ਿੰਮੇਵਾਰ ਨਹੀਂ ਨਾ। ਤੁਸੀਂ ਕਿਸੇ ਵੀ ਲੀਡਰ ਨੂੰ ਪੁੱਛੋਗੇ ਤਾਂ ਅਗਲਾ ਕਹਿ ਦੂਗਾ ਕਿ ਆਜ਼ਾਦ ਭਾਰਤ ਹੈ ਤੇ ਮੈਂ ਵੋਟਾਂ ਦੇ ਥਰੂ ਮੈਨੂੰ ਚੁਣਿਆ ਗਿਆ, ਲੋਕਾਂ ਨੇ ਵੋਟਾਂ ਪਾਈਆਂ ਨੇ, ਮੈਂ ਤਾਂ ਆਇਆ। ਅੱਜ ਤੁਸੀਂ ਮੈਨੂੰ ਕਿਵੇਂ ਮਾੜਾ ਕਹਿ ਸਕਦੇ ਹੋ? ਇਹਦੇ ਲਈ ਲੋਕ ਰਿਸਪੌਂਸੀਬਲ ਨੇ। ਤੁਹਾਨੂੰ ਆਪਣੀਆਂ ਬੇਸਿਕ ਚੀਜ਼ਾਂ ਸਮਝਣੀਆਂ ਪੈਣਗੀਆਂ ਕਿ ਸਾਨੂੰ ਲੋੜ ਕਿਹਦੀ ਹੈ। ਸਾਨੂੰ ਅਸਲੇ ਦੇ ਲਾਇਸੈਂਸਾਂ ਦੀ ਲੋੜ ਹੈ ਕਿ ਸਾਨੂੰ ਡਿਵੈਲਪਮੈਂਟ ਦੀ ਜਾਂ ਇੰਪਲੋਇਮੈਂਟ ਦੀ ਲੋੜ ਹੈ? ਕਿਤੇ ਨਾ ਕਿਤੇ ਜ਼ਿੰਮੇਵਾਰ ਲੋਕ ਨੇ। ਦੇਖੋ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ ਮੈਂ ਤੁਹਾਨੂੰ। ਹਰ ਇੱਕ ਹੁਣ ਵੋਟਾਂ ਦਾ ਦੌਰ ਹੈ, ਹਰ ਇੱਕ ਹਲਕੇ 'ਚ ਪਾਰਟੀਆਂ ਦੇ ਬੰਦੇ ਖੜਦੇ ਆ ਤੇ ਇੱਕ ਬੰਦਾ ਹਰ ਇੱਕ ਹਲਕੇ 'ਚ ਐਸਾ ਖੜਦਾ ਜਿਹੜਾ ਆਜ਼ਾਦ ਉਮੀਦਵਾਰ ਖੜਦਾ, ਉਹ ਹਰ ਇੱਕ ਪਾਰਟੀ ਦੇ ਵਰਕਰਾਂ ਦਾ ਕੱਚਾ ਚਿੱਠਾ ਫੋਲ ਦਿੰਦਾ ਕਿ ਭਾਈ ਆਹ ਫਲਾਣੇ ਦਾ ਕੈਂਡੀਡੇਟ ਹੈ, ਇਹਦੇ ਉੱਥੇ ਇੰਨੇ ਠੇਕੇ ਆ, ਇਹਦੇ ਕੋਲ ਇੰਨੀ ਪ੍ਰਾਪਰਟੀ ਹੈ, ਇਹ ਦੂਜਿਆਂ ਦਾ, ਇਹਦਾ ਇੰਨਾ ਰੇਤਾ, ਇਹ ਇੰਨੀ ਬਜਰੀ 'ਚ ਹਿੱਸੇਦਾਰ ਹੈ। ਪਰ ਦਿਖਾਂਤ ਕੀ ਹੈ? ਲੋਕ ਉਹਦੀ ਜ਼ਮਾਨਤ ਜ਼ਬਤ ਕਰਾ ਦਿੰਦੇ ਆ ਵਿਚਾਰੇ ਦੀ। ਸੱਚ ਬੋਲਦੇ ਆ, ਉਹ ਦੂਜੀ ਵਾਰੀ ਕੋਸ਼ਿਸ਼ ਹੀ ਨਹੀਂ ਕਰਦਾ ਅੱਗੇ ਆਉਣ ਦੀ ਕਿ ਯਾਰ ਅਗਲਾ ਚੰਗੇ ਸੁਹਿਰਦ ਲੋਕ ਨੇ, ਉਹਨਾਂ ਨੇ ਕੀ ਲੈਣਾ। ਅਗਲਾ ਕਹਿੰਦਾ ਯਾਰ ਮੈਂ ਨਾਲੇ ਆਪਦਾ ਘਰ ਵੀ ਫੂਕਾਂ ਤੇ ਨਾਲੇ ਮੇਰੀ ਗੱਲ ਵੀ ਨਹੀਂ ਕਿਸੇ ਨੇ ਮੰਨਣੀ। ਇਹ ਚੀਜ਼ ਦਾ ਸੰਤਾਪ ਆਪਾਂ ਅੱਜ ਭੁਗਤ ਰਹੇ ਹਾਂ। ਜਦੋਂ ਬਿਜ਼ਨਸਮੈਨ ਬੰਦੇ ਆ ਕੇ ਰਾਜਨੀਤੀ ਦੇ ਵਿੱਚ ਅੱਗੇ ਜਾਣਗੇ ਤਾਂ ਉਹ ਆਪਣਾ ਬਿਜ਼ਨਸ ਦੇ ਤੌਰ ਤੇ ਹੀ ਸੋਚਣਗੇ, ਉਹ ਡਿਵੈਲਪਮੈਂਟ ਦੇ ਤੌਰ ਤੇ ਨਹੀਂ ਸੋਚਣਗੇ। ਫਿਰ ਦੂਜੀ ਗੱਲ ਇਹ ਆ ਕਿ ਮੰਨ ਲਓ ਕਿਸੇ MP MLA ਨੂੰ ਆਪਾਂ ਜਿਤਾ ਵੀ ਦਿੱਤਾ, ਟਾਈਮ ਤੇ ਉਹਦਾ ਅੱਜ ਵੀ ਆਪਾਂ ਧਰਨੇ ਲਾ ਕੇ ਬੈਠੀ ਆ, ਘਰੋ ਕਰ ਰਹੇ ਆ। ਟਾਈਮ ਤੇ ਉਹਦੇ ਕੋਲ ਜਾ ਕੇ ਆਪਣੀਆਂ ਮੰਗਾਂ ਦੇ ਲਈ ਧਰਨੇ ਤਾਂ ਘਰੋ ਕਰਨੇ ਬਹੁਤ ਜ਼ਰੂਰੀ ਨੇ, ਤਾਂ ਇਹਨਾਂ ਨੂੰ ਅਕਲ ਆਊਗੀ। ਉਦੋਂ ਮੈਨੂੰ ਨਹੀਂ ਲੱਗਦਾ ਕਿ ਹੋਰ ਕੋਈ ਚਾਰਾ। ਇਹਦੇ ਲਈ ਜ਼ਿੰਮੇਵਾਰ ਮੇਰੀ ਨਿਗਾਹ 'ਚ, ਮੇਰੀ ਇਹ ਵਿਅਕਤੀਗਤ ਵਿਚਾਰਧਾਰਾ ਕਿ 90% ਲੋਕ ਹੀ ਨੇ, 10% ਸਰਕਾਰਾਂ ਨੇ। ਲੋਕਾਂ ਨੂੰ ਅਵੇਅਰ ਹੋਣਾ ਪੈਣਾ। ਬਈ ਜੇ ਗੱਲ ਕਰੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਸੁਖਪਾਲ ਖਹਿਰਾ ਪਹਿਲਾਂ ਕੂਕਦੇ ਰਹੇ ਨੇ ਕਿ ਅਸੀਂ ਪੰਜਾਬ ਦੇ ਹੱਕਾਂ ਦੀ ਗੱਲ ਕਰਾਂਗੇ, ਅਸੀਂ ਪੰਜਾਬ ਹਿਤੈਸ਼ੀ ਹਾਂ, ਅਸੀਂ ਪੰਜਾਬ ਦੇ ਲਈ ਲੜ ਰਹੇ ਹਾਂ, ਅਸੀਂ ਵੱਧ ਅਧਿਕਾਰਾਂ ਦੀ ਗੱਲ ਕਰ ਰਹੇ ਹਾਂ। ਪਰ ਕੁਝ ਦਿਨ ਪਹਿਲਾਂ ਉਹ ਕਾਂਗਰਸ 'ਚ ਰਲ ਜਾਂਦੇ ਨੇ ਜਾ ਕੇ। ਫਿਰ ਇਹਨਾਂ ਨੂੰ ਕਿਵੇਂ ਸਮਝੀਏ, ਕਿਵੇਂ ਕਹੀਏ ਕਿ ਸਾਡੀ ਕੋਈ ਗੱਲ ਕਰੂਗਾ ਆ ਕੇ? ਬਾਈ ਗੱਲ ਪਤਾ ਕੀ ਹੈ, ਦੇਖੋ ਹਰ ਇੱਕ ਬੰਦੇ ਦਾ ਇੱਕ ਆਪਦਾ ਵਿਅਕਤੀਗਤ ਅਧਿਕਾਰ ਹੈ ਫੈਸਲਾ ਲੈਣ ਦਾ। ਉਹਨਾਂ ਨੂੰ ਲੱਗਿਆ ਹੋਊਗਾ ਠੀਕ ਆ। ਮੈਂ ਐਜ਼ ਐਨ ਬੁਲਾਰੇ ਦੇ ਤੌਰ ਤੇ ਉਹਨਾਂ ਦੀ ਬਹੁਤ ਰਿਸਪੈਕਟ ਕਰਦਾ, ਕਿਉਂਕਿ ਬਹੁਤ ਮੁੱਦੇ ਸੀ ਜਿਹੜੇ ਪੰਜਾਬ ਦੇ ਉਹਨਾਂ ਨੇ ਟਾਈਮ ਤੇ ਚੱਕੇ ਆ, ਚਾਹੇ UAPA ਦਾ ਹੋ ਜਾਵੇ, ਚਾਹੇ ਕਿਸਾਨੀ ਸੰਘਰਸ਼ ਦੀ ਵੀ ਗੱਲ ਕਰ ਲਈਏ। ਹੁਣ ਇਹ ਕੀ ਕਾਰਨ ਬਣਿਆ ਕਿ ਉਹ ਕੋਈ ਪਾਰਟੀ ਜੁਆਇਨ ਕਰਦੇ ਆ ਜਾਂ ਕੋਈ ਆਪਦੀ ਧਿਰ ਬਣਾਉਂਦੇ ਆ? ਇਹ ਉਹਨਾਂ ਦਾ ਵਿਅਕਤੀਗਤ ਇੱਕ ਆਪਦਾ ਧਾਰਨਾ ਹੈ। ਪਰ ਮੈਨੂੰ ਲੱਗਦਾ ਕਿ ਸਿਸਟਮ ਦੇ ਖਿਲਾਫ ਆਵਾਜ਼ ਚੱਕਣ ਵਾਲੇ ਪਾਰਟੀਆਂ, ਦੇਖੋ ਪਾਰਟੀ ਨੂੰ ਆਪਾਂ ਕਹਿ ਦਿੰਦੇ ਆ ਫਲਾਣੀ ਪਾਰਟੀ ਮਾੜੀ ਹੈ, ਆਹ ਪਾਰਟੀ ਮਾੜੀ ਹੈ। ਪਾਰਟੀ ਕੋਈ ਮਾੜੀ ਨਹੀਂ। ਹੁਣ ਨਵੀਂ ਪਾਰਟੀ ਬਣ ਜੂਗੀ, ਤੁਹਾਨੂੰ ਕੀ ਕੋਈ ਗਾਰੰਟੀ ਹੋਊਗੀ ਵੀ ਉਹ 'ਚ ਨੇ ਜਿਹੜੇ ਬੰਦੇ ਸਾਰੇ ਚੰਗੇ ਹੀ ਹੋਣਗੇ? ਇਹ ਤਾਂ ਮੈਂ ਜਿਹੜੀ ਪਹਿਲਾਂ ਗੱਲ ਕਹਿ ਕੇ ਹਟਿਆ, ਸਾਨੂੰ ਸਾਡੀਆਂ ਜ਼ਿੰਮੇਵਾਰੀਆਂ ਸਮਝਣੀਆਂ ਪੈਣਗੀਆਂ। ਜਿਹੜਾ ਨੁਮਾਇੰਦਾ ਅਸੀਂ ਚੁਣਾਂਗੇ, ਅਸੀਂ ਉਹਦੇ ਤੋਂ ਹਿਸਾਬ ਕਿਤਾਬ ਲੈਣ ਵਾਲਾ ਸਿਸਟਮ ਸ਼ੁਰੂ ਕਰੀਏ। ਸਾਨੂੰ ਪਤਾ ਹੋਣਾ ਚਾਹੀਦਾ ਗੌਰਮੈਂਟ ਕਿਹੜੀਆਂ ਪਾਲਿਸੀਆਂ, ਹਲਕੇ ਕਿਹੜੇ ਲਈ, MLA ਨੂੰ ਕਿੰਨਾ ਫੰਡ ਮਿਲਦਾ। ਸਾਨੂੰ ਇਹ ਅਵੇਅਰਨੈਸ ਜ਼ਰੂਰੀ ਹੈ। ਜਦੋਂ ਤੱਕ ਇਹ ਅਵੇਅਰਨੈਸ ਨਹੀਂ ਆਊਗੀ ਤਾਂ ਜਦੋਂ ਤੱਕ ਮੈਂ ਕਿਸੇ ਤੋਂ ਹਿਸਾਬ ਹੀ ਨਹੀਂ ਮੰਗੂਗਾ ਤੇ ਮੈਨੂੰ ਦਊਗਾ ਵੀ ਕਿਉਂ ਅਗਲਾ? ਬਈ ਅਕਸਰ ਕਦੋਂ ਤੱਕ ਅਵੇਅਰਨੈਸ ਆ ਜਾਊਗੀ, ਕਦੋਂ ਤੱਕ ਸੋਚਦੇ ਆਂ ਵੀ ਤੁਹਾਡੇ ਹੱਥਾਂ ਦੇ ਵਿੱਚ ਵੀ ਬਹੁਤ ਕੁਝ ਹੁੰਦਾ ਗਾ। ਜਿਵੇਂ ਪਹਿਲਾਂ ਜਿਹੜੇ ਗੀਤ ਸੀਗੇ ਕੁਝ ਹੋਰ ਆਉਂਦੇ ਸੀ, ਹੁਣ ਕਿਸਾਨੀ ਦੇ ਗੀਤ ਆਉਣ ਲੱਗ ਗਏ ਤਾਂ ਲੋਕਾਂ ਨੇ ਉਹ ਸੁਣਨੇ ਸ਼ੁਰੂ ਕਰਤੇ। ਤੁਹਾਡੇ ਹੱਥਾਂ ਦੇ ਵਿੱਚ ਵੀ ਬਹੁਤ ਕੁਝ ਹੁੰਦਾ, ਕਿਵੇਂ ਕਰੋਗੇ ਇਹ ਚੀਜ਼ਾਂ? ਬਦਲਾਅ ਤਾਂ ਦੇਖੋ ਆਇਆ ਨਾ। ਅੱਜ ਪੰਜਾਬ ਹਰ ਇੱਕ ਮੁੱਦੇ ਤੇ ਸਿਰ ਜੋੜ ਕੇ ਬਹਿੰਦਾ ਹੈ। ਭਾਈਚਾਰਾ ਕਿੰਨਾ, ਹਰਿਆਣਾ ਸਾਡੇ ਨਾਲ ਹੈ, ਸਾਡੇ 'ਚ ਪਾਣੀਆਂ ਦੇ ਮੁੱਦੇ ਸੀ, ਅੱਜ ਉਹਨਾਂ ਨੂੰ ਪਿੱਛੇ ਕਰਕੇ ਅਸੀਂ ਇੱਕ ਮੁੱਦੇ ਤੇ ਅੱਗੇ ਹੋ ਗਏ। ਐਦਾਂ ਹੀ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਹੈ ਕਿ ਬਦਲਾਅ ਹੈ ਜਿਹੜਾ ਬਹੁਤ ਜਲਦੀ ਇਹ ਸੰਘਰਸ਼ ਇੱਕ ਜਰੀਆ ਬਣਿਆ। ਇਹ ਸੰਘਰਸ਼ ਨੇ ਬਹੁਤ ਜਿਹੜੀਆਂ ਚੀਜ਼ਾਂ ਨੇ ਉਹ ਸਾਫ਼ ਕੀਤੀਆਂ ਨੇ। ਨੌਜਵਾਨੀ ਸੁਚੇਤ ਹੋਈ ਹੈ, ਸਿਆਸੀ ਚੇਤਨਾ ਵੀ ਨੌਜਵਾਨੀ 'ਚ ਬਹੁਤ ਆਈ ਆ। ਸਾਨੂੰ ਆਸ ਹੈ ਕਿ ਇਹ ਸੰਘਰਸ਼ ਇਸ ਵਾਰ ਦੀ ਜਿਹੜੀ ਇਲੈਕਸ਼ਨ ਆਉਣੀ ਹੈ ਉਹਦੇ ਤੇ ਬਹੁਤ ਵੱਡੇ ਤੌਰ ਤੇ ਅਸਰ ਪਾਊਗਾ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਚੰਗੀ ਜਿਹੜੀ ਸਰਕਾਰ ਹੈ ਵਾਗਡੋਰ ਪੰਜਾਬ ਦੀ ਆਪਣੇ ਹੱਥਾਂ 'ਚ ਲਊਗੀ। ਲੋਕ ਚੰਗੇ ਬੰਦਿਆਂ ਨੂੰ ਚੁਣ ਕੇ ਅੱਗੇ ਭੇਜਣਗੇ, ਆਸ ਹੈ ਸਾਨੂੰ ਬਹੁਤ। ਸੋ ਇਹ ਸਨ ਸਾਡੇ ਨਾਲ ਜਸ ਬਾਜਵਾ, ਜਿਨ੍ਹਾਂ ਦਾ ਕਹਿਣਾ ਗਾ ਕਿ ਸਾਨੂੰ ਆਸ ਆ ਕਿ ਚੰਗੇ ਲੋਕਾਂ ਦੀ ਸਰਕਾਰ ਆਏਗੀ, ਚੰਗੇ ਲੋਕ ਪੰਜਾਬ ਦੀ ਜਿਹੜੀ ਬਾਗਡੋਰ ਆ ਉਹ ਸਾਂਭਣਗੇ। ਸੋ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਜਿਹੜੇ ਸੋਸ਼ਲ ਵਰਕਰ ਨੇ ਜਾਂ ਕਲਾਕਾਰ ਨੇ ਜਾਂ ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਨਾਲ ਗੱਲਬਾਤ ਕਰਵਾਉਂਦੇ ਰਵਾਂਗੇ, ਤੁਹਾਡੇ ਰੂਬਰੂ ਕਰਦੇ ਰਵਾਂਗੇ। ਜੁੜੇ ਰਹੋ KTV ਦੇ ਨਾਲ, ਮੇਰੇ ਸਹਿਯੋਗੀ ਸਾਥੀ ਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਆਗਿਆ। ਧੰਨਵਾਦ।